ਮੇਰਾ ਨਾਂ ਦੀਪਤੀ ਹੈ। ਮੈਂ ਬਹੁਤ ਅਮੀਰ ਪਰਿਵਾਰ ਨਾਲ ਤਾਲੁਕ ਰੱਖਦੀ ਸੀ। ਮੈਂ 4 ਭਰਾਵਾਂ ਦੀ ਇਕਲੌਤੀ ਭੈਣ ਸੀ। ਮੇਰੇ ਮਾਤਾ-ਪਿਤਾ ਤਾਂ ਬਹੁਤ ਸਾਲ ਪਹਿਲਾਂ ਹੀ ਗੁਜ਼ਰ ਗਏ ਸੀ, ਪਰ ਮੇਰੇ 4 ਭਰਾਵਾਂ ਨੇ ਮੈਨੂੰ ਮਾਤਾ-ਪਿਤਾ ਦੋਵਾਂ ਦਾ ਪਿਆਰ ਦਿੱਤਾ ਸੀ। ਮੇਰੇ ਭਰਾਵਾਂ ਨੇ ਮੈਨੂੰ ਇੰਨੇ ਲਾਡ ਪਿਆਰ ਨਾਲ ਪਾਲਿਆ ਸੀ, ਕਦੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਸੀ। ਮੈਂ ਜਿਸ ਚੀਜ਼ ਦੀ ਮੰਗ ਕਰਦੀ, ਉਹ ਸਮੇਂ ਤੋਂ ਪਹਿਲਾਂ ਹੀ ਮੇਰੇ ਕੋਲ ਮੌਜੂਦ ਹੋ ਜਾਂਦੀ ਸੀ। ਮੈਂ ਪਿੰਡ ਵਿੱਚ ਰਹਿਣ ਵਾਲੀ ਮਾਸੂਮ ਜਿਹੀ ਕੁੜੀ ਸੀ। ਮੇਰੇ ਵੱਡੇ ਭਰਾ ਪਿੰਡ ਦੇ ਸਰਪੰਚ ਸੀ ਤੇ 2 ਛੋਟੇ ਭਰਾ ਵਿਦੇਸ਼ ਪੜ੍ਹਨ ਲਈ ਗਏ ਹੋਏ ਸੀ, ਜਦੋਂ ਕਿ ਮੈਨੂੰ ਪੜ੍ਹਾਈ ਲਿਖਾਈ ਦਾ ਸ਼ੌਂਕ ਨਹੀਂ ਸੀ ਤੇ ਮੇਰਾ ਇੱਕ ਭਰਾ ਪਿੰਡ ਵਿੱਚ ਹੀ ਡਾਕਟਰ ਸੀ। ਮੇਰੀ ਜ਼ਿੰਦਗੀ ਬਹੁਤ ਚੰਗੀ ਤੇ ਖੁਸ਼ੀ-ਖੁਸ਼ੀ ਲੰਘ ਰਹੀ ਸੀ। ਇੱਕ ਦਿਨ ਮੈਂ ਆਪਣੇ ਭਰਾ ਤੋਂ ਸਮਾਰਟਫੋਨ ਦੀ ਮੰਗ ਕੀਤੀ। ਅਕਸਰ ਮੈਂ ਲੋਕਾਂ ਨੂੰ ਦੇਖਿਆ ਕਰਦੀ ਸੀ, ਅੱਜ-ਕੱਲ੍ਹ ਸਾਰਿਆਂ ਕੋਲ ਮੋਬਾਈਲ ਹਨ। ਮੁੰਡਾ ਹੋਵੇ ਜਾਂ ਕੁੜੀ, ਸਾਰੇ ਮੋਬਾਈਲ ਦਾ ਇਸਤੇਮਾਲ ਕਰ ਰਹੇ ਹਨ। ਲੋਕਾਂ ਨੂੰ ਦੇਖ ਕੇ ਮੈਨੂੰ ਵੀ ਮੋਬਾਈਲ ਚਲਾਉਣ ਦੀ ਇੱਛਾ ਹੁੰਦੀ ਸੀ, ਇਸ ਲਈ ਮੈਂ ਆਪਣੇ ਭਰਾ ਨੂੰ ਮੋਬਾਈਲ ਦੀ ਡਿਮਾਂਡ ਕੀਤੀ। ਮੇਰੇ ਵੱਡੇ ਭਰਾ ਨੇ ਤੁਰੰਤ ਹੀ ਮੈਨੂੰ ਨਵਾਂ ਸਮਾਰਟਫੋਨ ਦਿਵਾ ਦਿੱਤਾ। ਨਵਾਂ ਮੋਬਾਈਲ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ। ਮੈਂ ਸੋਸ਼ਲ ਮੀਡੀਆ ਤੇ ਵੀ ਆਪਣਾ ਅਕਾਊਂਟ ਬਣਾ ਲਿਆ ਸੀ। ਮੈਂ ਆਪਣੀਆਂ ਚੰਗੀਆਂ ਫੋਟੋਆਂ ਖਿੱਚ ਲਿਆ ਕਰਦੀ ਸੀ। ਮੈਂ ਬਹੁਤ ਜ਼ਿਆਦਾ ਸੋਹਣੀ ਸੀ। ਜਦੋਂ ਮੈਂ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਅਪਲੋਡ ਕੀਤੀ ਤਾਂ ਬਹੁਤ ਸਾਰੇ ਕਮੈਂਟ ਤੇ ਲਾਈਕ ਆਉਣ ਲੱਗੇ ਸੀ। ਲੋਕ ਮੈਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗੇ ਸੀ। ਇੱਕ ਦਿਨ ਸੋਸ਼ਲ ਮੀਡੀਆ ਤੇ ਮੇਰੀ ਗੱਲ ਇੱਕ ਦੀਪ ਨਾਂ ਦੇ ਮੁੰਡੇ ਨਾਲ ਹੋਈ। ਉਹ ਮੁੰਡਾ ਬਹੁਤ ਜ਼ਿਆਦਾ ਸਮਝਦਾਰ ਸੀ। ਉਸਨੇ ਮੈਨੂੰ ਸਮਝਾਇਆ ਕਿ ਤੂੰ ਆਪਣੀ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਿਆ ਕਰ। ਲੋਕ ਕੁੜੀਆਂ ਦੀ ਫੋਟੋ ਦਾ ਗਲਤ ਫਾਇਦਾ ਉਠਾ ਲੈਂਦੇ ਹਨ। ਉਦੋਂ ਮੈਂ ਆਪਣੇ ਸਾਰੇ ਫੋਟੋ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੇ। ਹੌਲੀ-ਹੌਲੀ ਮੇਰੀ ਦੋਸਤੀ ਦੀਪ ਨਾਲ ਵਧਣ ਲੱਗੀ ਤੇ ਸਾਡੇ ਦੋਵਾਂ ਦੀ ਦੋਸਤੀ ਦੇਖਦੇ ਹੀ ਦੇਖਦੇ ਕਦੋਂ ਪਿਆਰ ਵਿੱਚ ਬਦਲ ਗਈ, ਪਤਾ ਹੀ ਨਹੀਂ ਚੱਲਿਆ। ਮੈਂ ਰੋਜ਼ਾਨਾ ਦੀਪ ਨਾਲ ਫੋਨ ਤੇ ਗੱਲ ਕਰਿਆ ਕਰਦੀ ਸੀ ਤੇ ਮੇਰੀ ਦੀਪ ਨਾਲ ਚੈਟਿੰਗ ਵੀ ਹੁੰਦੀ ਸੀ। ਮੈਂ ਪਿੰਡ ਦੀ ਰਹਿਣ ਵਾਲੀ ਕੁੜੀ ਸੀ ਤੇ ਦੀਪ ਸ਼ਹਿਰ ਦਾ ਰਹਿਣ ਵਾਲਾ ਮੁੰਡਾ ਸੀ। ਦੀਪ ਮੈਨੂੰ ਬਹੁਤ ਪਿਆਰ ਕਰਨ ਲੱਗਿਆ ਸੀ ਤੇ ਮੈਂ ਵੀ ਦੀਪ ਨੂੰ ਬਹੁਤ ਪਿਆਰ ਕਰਨ ਲੱਗੀ ਸੀ। ਅਸੀਂ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਡੁੱਬਦੇ ਚਲੇ ਜਾ ਰਹੇ ਸੀ। ਮੈਨੂੰ ਪਤਾ ਚੱਲਿਆ ਕਿ ਮੇਰੇ ਭਰਾ ਨੇ ਪਿੰਡ ਦੇ ਹੀ ਵਕੀਲ ਮੁੰਡੇ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਹੈ, ਪਰ ਮੈਂ ਤਾਂ ਦੀਪ ਨੂੰ ਪਿਆਰ ਕਰਦੀ ਸੀ। ਫਿਰ ਮੈਂ ਹੋਰ ਕਿਸੇ ਨਾਲ ਵਿਆਹ ਕਿਵੇਂ ਕਰ ਸਕਦੀ ਸੀ? ਮੈਂ ਆਪਣੀ ਭਾਬੀ ਨੂੰ ਆਪਣੇ ਬਾਰੇ ਵਿੱਚ ਦੱਸ ਦਿੱਤਾ ਸੀ ਤੇ ਇਹ ਵੀ ਦੱਸ ਦਿੱਤਾ ਸੀ ਕਿ ਮੇਰੀ ਦੀਪ ਨਾਲ ਗੱਲ ਕਿਸ ਤਰ੍ਹਾਂ ਤੋਂ ਸ਼ੁਰੂ ਹੋਈ ਸੀ। ਭਾਬੀ ਨੇ ਜਦੋਂ ਭਰਾ ਨੂੰ ਦੱਸਿਆ ਕਿ ਦੀਪਤੀ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੈ ਤੇ ਉਸ ਮੁੰਡੇ ਨਾਲ ਉਸ ਦੀ ਗੱਲ ਸੋਸ਼ਲ ਮੀਡੀਆ ਤੇ ਹੋਈ ਹੈ, ਤਾਂ ਮੇਰੇ ਭਰਾ ਨੇ ਮੇਰੇ ਹੱਥ ਵਿੱਚੋਂ ਮੋਬਾਈਲ ਖੋਹ ਲਿਆ। ਉਹਨਾਂ ਦਾ ਕਹਿਣਾ ਸੀ ਕਿ ਇਸ ਮੁੰਡੇ ਨਾਲ ਗੱਲ ਕਰਨਾ ਬੰਦ ਕਰ ਦੇ, ਇੱਦਾਂ ਦੇ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ। ਇੱਦਾਂ ਦੇ ਲੋਕ ਹਮੇਸ਼ਾ ਧੋਖਾ ਦਿੰਦੇ ਹਨ। ਸੋਸ਼ਲ ਮੀਡੀਆ ਤੇ ਰਹਿਣ ਵਾਲੇ ਜ਼ਿਆਦਾਤਰ ਮੁੰਡੇ ਕੁੜੀਆਂ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਹਨਾਂ ਨੂੰ ਧੋਖਾ ਦਿੰਦੇ ਹਨ, ਪਰ ਦੀਪ ਇੱਦਾਂ ਦਾ ਮੁੰਡਾ ਨਹੀਂ ਸੀ। ਮੈਂ ਆਪਣੇ ਭਰਾ ਨੂੰ ਬਹੁਤ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਮੇਰੀ ਇੱਕ ਨਹੀਂ ਸੁਣੀ। ਭਰਾ ਚਾਹੁੰਦਾ ਸੀ ਕਿ ਮੈਂ ਦੀਪ ਨੂੰ ਭੁੱਲ ਜਾਵਾਂ, ਪਰ ਮੈਂ ਇੱਦਾਂ ਨਹੀਂ ਕਰ ਸਕਦੀ ਸੀ। ਜਦੋਂ ਮੈਂ ਇਸ ਬਾਰੇ ਦੀਪ ਨੂੰ ਦੱਸਿਆ ਤਾਂ ਉਸਨੇ ਮੈਨੂੰ ਕਿਹਾ ਕਿ ਤੂੰ ਆਪਣੇ ਘਰ ਤੋਂ ਭੱਜ ਜਾ, ਮੈਂ ਤੈਨੂੰ ਕਿਸੇ ਹੋਰ ਦਾ ਹੁੰਦਾ ਹੋਇਆ ਨਹੀਂ ਦੇਖ ਸਕਦਾ। ਭਰਾ ਨੇ ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਭਰਾ ਦੀ ਇੱਕ ਨਹੀਂ ਸੁਣੀ ਤੇ ਇੱਕ ਦਿਨ ਮੈਂ ਰਾਤ ਦੇ ਹਨੇਰੇ ਵਿੱਚ ਆਪਣੇ ਘਰ ਤੋਂ ਭੱਜ ਗਈ, ਚੋਰੀ ਛੁਪ ਕੇ। ਜਦੋਂ ਮੈਂ ਰਾਤ ਦੇ ਹਨੇਰੇ ਵਿੱਚ ਆਪਣੇ ਘਰ ਤੋਂ ਭੱਜੀ ਤਾਂ ਕੋਈ ਵੀ ਮੈਨੂੰ ਦੇਖ ਨਹੀਂ ਪਾਇਆ ਸੀ ਤੇ ਦੀਪ ਦੇ ਦੱਸੇ ਹੋਏ ਪਤੇ ਤੇ ਚਲੀ ਗਈ। ਜਦੋਂ ਪਹਿਲੀ ਵਾਰ ਮੇਰੀ ਮੁਲਾਕਾਤ ਦੀਪ ਨਾਲ ਹੋਈ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ, ਕਿਉਂਕਿ ਮੈਂ ਪਹਿਲੀ ਵਾਰ ਦੀਪ ਨੂੰ ਦੇਖਿਆ ਸੀ। ਦੀਪ ਵੀ ਮੈਨੂੰ ਦੇਖਦੇ ਹੀ ਬਹੁਤ ਖੁਸ਼ ਹੋ ਗਿਆ ਸੀ। ਦੀਪ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ ਤੇ ਜਿਸ ਸ਼ਹਿਰ ਵਿੱਚ ਦੀਪ ਰਹਿੰਦਾ ਸੀ ਉਸਨੇ ਮੈਨੂੰ ਵੀ ਆਪਣੇ ਨਾਲ ਉੱਥੇ ਹੀ ਰੱਖ ਲਿਆ। ਦੀਪ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਅਸੀਂ ਦੋਵਾਂ ਨੇ ਕੋਰਟ ਮੈਰਿਜ ਕਰ ਲਈ ਸੀ। ਉਸ ਦੇ ਬਾਅਦ ਅਸੀਂ ਦੋਵੇਂ ਪਤੀ ਪਤਨੀ ਬਣ ਗਏ ਸੀ ਤੇ ਸਾਡੀ ਜ਼ਿੰਦਗੀ ਬਹੁਤ ਚੰਗੀ ਗੁਜ਼ਰ ਰਹੀ ਸੀ। ਦੀਪ ਬਹੁਤ ਮਿਹਨਤੀ ਮੁੰਡਾ ਸੀ। ਉਹ ਆਪਣਾ ਕੰਮ ਬਹੁਤ ਮਿਹਨਤ ਨਾਲ ਕਰਦਾ ਸੀ। ਦੀਪ ਦੇ ਨਾਲ ਜ਼ਿੰਦਗੀ ਗੁਜ਼ਾਰ ਕੇ ਮੈਂ ਬਹੁਤ ਖੁਸ਼ ਸੀ। ਮੈਂ ਆਪਣੇ ਘਰ ਤੋਂ ਭੱਜ ਕੇ ਆ ਗਈ ਸੀ। ਜ਼ਰੂਰ ਮੇਰੇ ਭਰਾਵਾਂ ਨੇ ਮੈਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਮੈਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਮੈਂ ਆਪਣੇ ਪਤੀ ਨਾਲ ਬਹੁਤ ਜ਼ਿਆਦਾ ਖੁਸ਼ ਸੀ। ਜੇ ਮੈਂ ਆਪਣਾ ਘਰ ਛੱਡ ਕੇ ਨਹੀਂ ਆਉਂਦੀ ਤਾਂ ਮੇਰੇ ਭਰਾ ਮੇਰਾ ਵਿਆਹ ਕਿਤੇ ਹੋਰ ਕਰਾ ਦਿੰਦਾ ਤੇ ਮੈਂ ਦੀਪ ਤੋਂ ਅਲੱਗ ਨਹੀਂ ਹੋਣਾ ਚਾਹੁੰਦੀ ਸੀ। ਮੈਨੂੰ ਦੀਪ ਨਾਲ ਇੰਨਾ ਜ਼ਿਆਦਾ ਪਿਆਰ ਹੋ ਗਿਆ ਕਿ ਮੈਂ ਦੀਪ ਦੇ ਪਿਆਰ ਵਿੱਚ دیਵਾਨੀ ਹੋ ਗਈ ਸੀ। ਦੀਪ ਮੇਰੀ ਛੋਟੀ ਤੋਂ ਛੋਟੀ ਜ਼ਰੂਰਤ ਨੂੰ ਪੂਰਾ ਕਰਿਆ ਕਰਦਾ ਸੀ। ਦੀਪ ਨੂੰ ਵੀ ਅਹਿਸਾਸ ਸੀ ਕਿ ਮੈਂ ਦੀਪ ਦੀ ਖਾਤਰ ਆਪਣਾ ਸਭ ਕੁਝ ਛੱਡ ਕੇ ਆਈ ਹਾਂ। ਆਪਣੀ ਜ਼ਿੰਦਗੀ ਦਾ ਇਹ ਫੈਸਲਾ ਕਰਕੇ ਮੈਂ ਕਦੇ ਵੀ ਨਹੀਂ ਪਛਤਾਈ ਸੀ।
ਪਰ ਇੱਕ ਦਿਨ ਮੇਰੇ ਨਾਲ ਐਦਾਂ ਦਾ ਕੁਝ ਹੋਇਆ ਜੋ ਸ਼ਾਇਦ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੀ ਖੁਸ਼ੀਆਂ ਨੂੰ ਅਚਾਨਕ ਹੀ ਕਿਸੇ ਦੀ ਨਜ਼ਰ ਲੱਗ ਗਈ ਸੀ। ਇੱਕ ਦਿਨ ਮੇਰੇ ਕੋਲ ਇੱਕ ਫੋਨ ਆਇਆ ਕਿ ਤੁਹਾਡੇ ਪਤੀ ਦਾ ਐਕਸੀਡੈਂਟ ਹੋ ਗਿਆ ਹੈ। ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ। ਮੈਂ ਭੱਜਦੇ ਹੋਏ ਹਸਪਤਾਲ ਗਈ ਤਾਂ ਮੈਂ ਦੇਖਿਆ ਕਿ ਮੇਰੇ ਪਤੀ ਨੇ ਮੌਤ ਨੂੰ ਗਲ ਲਾ ਲਿਆ ਹੈ। ਮੇਰੇ ਪਤੀ ਦੀ ਜਾਨ ਚਲੀ ਗਈ ਸੀ। ਇਸ ਦਾ ਮਤਲਬ ਮੇਰੀ ਤਾਂ ਸਾਰੀ ਜ਼ਿੰਦਗੀ ਹੀ ਉਜੜ ਗਈ ਸੀ, ਜਿਸ ਦੀ ਖਾਤਰ ਮੈਂ ਪਿੰਡ ਤੋਂ ਸ਼ਹਿਰ ਆ ਗਈ ਸੀ। ਅੱਜ ਉਹ ਮੈਨੂੰ ਇਸ ਦੁਨੀਆ ਤੋਂ ਛੱਡ ਕੇ ਚਲਾ ਗਿਆ ਸੀ। ਰੋ ਰੋ ਕੇ ਮੇਰਾ ਬੁਰਾ ਹਾਲ ਹੋ ਗਿਆ ਸੀ। ਮੈਂ ਆਪਣੇ ਪਤੀ ਦਾ ਅੰਤਮ ਸੰਸਕਾਰ ਕੀਤਾ। ਮੇਰੇ ਪਤੀ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਤੇ ਹੁਣ ਤਾਂ ਮੇਰਾ ਵੀ ਇਸ ਦੁਨੀਆ ਵਿੱਚ ਮੇਰੇ ਪਤੀ ਦੇ ਇਲਾਵਾ ਕੋਈ ਨਹੀਂ ਸੀ ਤੇ ਉਹ ਵੀ ਮੈਨੂੰ ਛੱਡ ਕੇ ਚਲਾ ਗਿਆ ਸੀ। ਹੁਣ ਮੈਂ ਇਕੱਲੀ ਰਹਿ ਗਈ ਸੀ। ਮੈਂ ਜ਼ਿਆਦਾ ਪੜ੍ਹੀ ਲਿਖੀ ਵੀ ਨਹੀਂ ਸੀ ਤੇ ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੇ ਨਾਲ ਐਦਾਂ ਵੀ ਹੋ ਸਕਦਾ ਹੈ। ਮੇਰੀ ਸਾਰੀ ਆਈਡੀ ਵਗੈਰਾ ਸਭ ਮੇਰੇ ਭਰਾਵਾਂ ਦੇ ਘਰ ਵਿੱਚ ਹੀ ਮੌਜੂਦ ਸੀ। ਮੈਂ ਕਿਤੇ ਨੌਕਰੀ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੇ ਕੋਲ ਮੇਰੀ ਆਪਣੀ ਪਹਿਚਾਣ ਦੇ ਲਈ ਕੋਈ ਸਬੂਤ ਨਹੀਂ ਸੀ। ਕਿਉਂਕਿ ਹੁਣ ਮੇਰੇ ਵਿਆਹ ਨੂੰ ਸਿਰਫ 2 ਮਹੀਨੇ ਹੀ ਗੁਜ਼ਰੇ ਸੀ। ਦੀਪ ਦੇ ਮਰਨ ਦੇ ਬਾਅਦ ਮੈਂ ਆਪਣੇ ਭਰਾਵਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਸਾਫ਼ ਇਨਕਾਰ ਕਰ ਦਿੱਤਾ ਕਿ ਤੂੰ ਸਾਡੇ ਲਈ ਮਰ ਚੁੱਕੀ ਹੈ ਤੇ ਹੁਣ ਵਾਪਸ ਕਦੇ ਤੈਨੂੰ ਸਾਡੇ ਘਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਤੇ ਅਸੀਂ ਸਾਰੇ ਪਿੰਡ ਵਿੱਚ ਇਹ ਖਬਰ ਫੈਲਾ ਦਿੱਤੀ ਹੈ ਕਿ ਤੂੰ ਮਰ ਚੁੱਕੀ ਹੈ। ਇੱਥੋਂ ਤੱਕ ਕਿ ਅਸੀਂ ਕਿਸੇ ਦੀ ਝੂਠੀ ਲਾਸ਼ ਲਿਆ ਕੇ ਕਹਿ ਦਿੱਤਾ ਸੀ ਕਿ ਇਹ ਤੂੰ ਹੈ ਤੇ ਇੱਕ ਹਾਦਸੇ ਵਿੱਚ ਤੇਰੀ ਮੌਤ ਹੋ ਗਈ ਹੈ। ਵੈਸੇ ਤਾਂ ਮੈਨੂੰ ਪਤਾ ਸੀ ਕਿ ਮੈਨੂੰ ਆਪਣੇ ਭਰਾਵਾਂ ਤੋਂ ਇਹੀ ਜਵਾਬ ਮਿਲੇਗਾ, ਪਰ ਹੁਣ ਮੈਂ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੀ। ਮੇਰੇ ਤੇ ਤਾਂ ਪਰੇਸ਼ਾਨੀਆਂ ਦੇ ਪਹਾੜ ਟੁੱਟ ਪਏ ਸੀ। ਦੀਪ ਨੂੰ ਮਰੇ ਹੋਏ 1 ਮਹੀਨਾ ਹੋ ਚੁੱਕਿਆ ਸੀ। ਕੁਝ ਦਿਨ ਤੱਕ ਤਾਂ ਆਲੇ ਦੁਆਲੇ ਦੇ ਲੋਕ ਮੇਰੀ ਮਦਦ ਕਰਦੇ ਰਹੇ, ਪਰ ਕੋਈ ਕਿਸੇ ਦੀ ਕਦੋਂ ਤੱਕ ਮਦਦ ਕਰ ਸਕਦਾ ਹੈ। ਮੈਂ ਘਰ ਦੀ ਕੋਈ ਨਾ ਕੋਈ ਚੀਜ਼ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਰਹਿੰਦੀ ਸੀ, ਪਰ ਮਕਾਨ ਮਾਲਿਕ ਨੇ ਕਿਰਾਇਆ ਨਾ ਦੇਣ ਦੀ ਵਜ੍ਹਾ ਨਾਲ ਮੈਨੂੰ ਘਰ ਤੋਂ ਕੱਢ ਦਿੱਤਾ। ਹੁਣ ਮੇਰੇ ਕੋਲ ਵੇਚਣ ਲਈ ਵੀ ਕੁਝ ਨਹੀਂ ਬਚਿਆ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਲੱਗੀ ਸੀ। ਇੱਥੋਂ ਤੱਕ ਕਿ ਮੇਰੀ ਜ਼ਿੰਦਗੀ ਦੇ ਇੰਨੇ ਬੁਰੇ ਦਿਨ ਆ ਗਏ ਸੀ ਕਿ ਮੈਂ ਸੜਕਾਂ ਤੇ ਭੀਖ ਮੰਗਣਾ ਸ਼ੁਰੂ ਕਰ ਦਿੱਤਾ ਸੀ। ਕੋਈ ਮੈਨੂੰ ਖਾਣ ਦੇ ਲਈ ਦੇ ਦਿਆ ਕਰਦਾ ਸੀ ਤਾਂ ਮੈਂ ਖਾ ਲਿਆ ਕਰਦੀ ਸੀ, ਨਹੀਂ ਮੈਂ ਭੁੱਖੀ ਹੀ ਰਹਿੰਦੀ ਸੀ। ਮੇਰੀ ਜ਼ਿੰਦਗੀ ਵੱਧ ਤੋਂ ਵੀ ਜ਼ਿਆਦਾ ਬਦਤਰ ਹੁੰਦੀ ਚਲੀ ਜਾ ਰਹੀ ਸੀ। ਇੱਕ ਦਿਨ ਮੈਂ ਸੜਕ ਦੇ ਕਿਨਾਰੇ ਬੈਠੀ ਹੋਈ ਭੀਖ ਮੰਗ ਰਹੀ ਸੀ। ਮੇਰੇ ਕੋਲ ਰਹਿਣ ਲਈ ਵੀ ਕੋਈ ਟਿਕਾਣਾ ਨਹੀਂ ਸੀ, ਇਸ ਲਈ ਮੈਂ ਸੜਕਾਂ ਤੇ ਬੈਠ ਕੇ ਹੀ ਆਪਣਾ ਦਿਨ ਤੇ ਰਾਤ ਗੁਜ਼ਾਰ ਦਿਆ ਕਰਦੀ ਸੀ। ਇੱਕ ਦਿਨ ਇੱਕ ਆਦਮੀ ਨੇ ਮੈਨੂੰ ਭੀਖ ਦਿੱਤੀ। ਮੈਂ ਭੁੱਖ ਨਾਲ ਮਰਨ ਵਾਲੀ ਸੀ। ਮੈਂ ਉਸ ਆਦਮੀ ਦੇ ਪੈਰ ਫੜ ਲਏ। ਕਹਿਣ ਲੱਗੀ, ਸਾਹਿਬ ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਧਾ, ਕਿਰਪਾ ਕਰਕੇ ਮੈਨੂੰ ਕੁਝ ਖਾਣ ਦੇ ਲਈ ਦੇ ਦਿਓ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਮੇਰੇ ਕੋਲ ਰਹਿਣ ਦਾ ਵੀ ਕੋਈ ਟਿਕਾਣਾ ਨਹੀਂ ਹੈ। ਜਿੱਥੇ ਮੈਂ ਰਹਿੰਦੀ ਸੀ ਉੱਥੋਂ ਦੇ ਮਕਾਨ ਮਾਲਕ ਨੇ ਮੈਨੂੰ ਘਰ ਤੋਂ ਕੱਢ ਦਿੱਤਾ। ਮੈਂ ਕਿਰਾਏ ਤੇ ਰਿਹਾ ਕਰਦੀ ਸੀ ਤੇ ਰੁੱਖੀ ਸੁੱਖੀ ਰੋਟੀ ਖਾ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ। ਹੁਣ ਤਾਂ ਘਰ ਵਿੱਚ ਉਹ ਰੁੱਖੀ ਸੁੱਖੀ ਰੋਟੀ ਵੀ ਖਤਮ ਹੋ ਗਈ ਸੀ, ਇਸ ਲਈ ਮੈਂ ਸੜਕਾਂ ਤੇ ਭੀਖ ਮੰਗਣਾ ਸ਼ੁਰੂ ਕਰ ਦਿੱਤਾ ਹੈ। ਸਾਹਿਬ ਕਿਰਪਾ ਕਰਕੇ ਮੈਨੂੰ ਕੁਝ ਖਾਣ ਦੇ ਲਈ ਦੇ ਦਿਓ, ਨਹੀਂ ਮੈਂ ਭੁੱਖੀ ਮਰ ਜਾਊਂਗੀ। ਉਸ ਆਦਮੀ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਨਾਲ ਘਰ ਚੱਲ ਸਕਦੀ ਹੈ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ। ਉਸਨੇ ਮੈਨੂੰ ਕਿਹਾ ਕਿ ਮੇਰੀ ਮਜਬੂਰੀ ਹੈ, ਮੇਰੀ ਪਤਨੀ ਮਰ ਚੁੱਕੀ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਬੱਚਿਆਂ ਦੀ ਪਰਵਰਿਸ਼ ਕਰੇ। ਮੇਰੇ ਕੋਲ ਇੱਕ ਮੁੰਡਾ ਹੈ ਜਿਸ ਦੀ ਉਮਰ 4 ਸਾਲ ਹੈ ਤੇ ਤੂੰ ਉਸ ਦੀ ਪਰਵਰਿਸ਼ ਕਰ ਸਕਦੀ ਹੈ ਤਾਂ ਮੈਂ ਤੈਨੂੰ ਆਪਣੇ ਘਰ ਵਿੱਚ ਖਾਣ ਪੀਣ ਲਈ ਸਭ ਕੁਝ ਦੇ ਦਊਂਗਾ ਤੇ ਤੇਰੀ ਜ਼ਿੰਦਗੀ ਵੀ ਸੰਵਰ ਜਾਵੇਗੀ। ਵੈਸੇ ਵੀ ਮੇਰੀ ਜ਼ਿੰਦਗੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਮੇਰੇ ਕੋਲ ਰਹਿਣ ਲਈ ਕੋਈ ਟਿਕਾਣਾ ਨਹੀਂ ਸੀ। ਮਕਾਨ ਮਾਲਿਕ ਨੇ ਵੀ ਮੈਨੂੰ ਘਰ ਤੋਂ ਕੱਢ ਦਿੱਤਾ ਸੀ। ਹੁਣ ਮੈਂ ਥਾਂ ਥਾਂ ਦੀ ਠੋਕਰਾਂ ਖਾ ਰਹੀ ਸੀ। ਕੋਈ ਮੈਨੂੰ ਖਾਣਾ ਦਿਲਾ ਦਿੰਦਾ ਸੀ ਤਾਂ ਖਾ ਲੈਂਦੀ ਸੀ, ਜੇ ਕੋਈ ਮੈਨੂੰ ਖਾਣਾ ਨਹੀਂ ਦਿੰਦਾ ਸੀ ਤਾਂ ਮੈਂ ਭੁੱਖੀ ਰਹਿੰਦੀ ਸੀ। ਇਹੀ ਸਭ ਸੋਚਦੇ ਹੋਏ ਮੈਂ ਉਸ ਆਦਮੀ ਦੇ ਨਾਲ ਜਾਣ ਲਈ ਤਿਆਰ ਹੋ ਗਈ ਸੀ। ਵੈਸੇ ਵੀ ਮੈਨੂੰ ਉਸ ਸਮੇਂ ਖਾਣ ਤੋਂ ਇਲਾਵਾ ਕੁਝ ਨਜ਼ਰ ਨਹੀਂ ਆ ਰਿਹਾ ਸੀ, ਇਸ ਲਈ ਮੈਂ ਤੁਰੰਤ ਰਾਜ਼ੀ ਹੋ ਗਈ ਤੇ ਉਸ ਆਦਮੀ ਨਾਲ ਉਸਦੇ ਘਰ ਚਲੀ ਗਈ। ਮੈਂ ਉਸਦੇ ਨਾਲ ਗਈ ਤਾਂ ਉਸਦਾ ਘਰ ਬਹੁਤ ਵੱਡਾ ਸੀ ਤੇ ਉਹ ਬਹੁਤ ਅਮੀਰ ਆਦਮੀ ਸੀ। ਉਸਦੇ ਘਰ ਵਿੱਚ ਉਸਦੇ ਇਲਾਵਾ ਕੋਈ ਨਹੀਂ ਸੀ, ਸਿਰਫ ਇੱਕ ਛੋਟਾ ਜਿਹਾ ਬੱਚਾ ਸੀ ਜਿਸ ਦੀ ਉਮਰ 4 ਸਾਲ ਸੀ। ਉਸ ਆਦਮੀ ਨੇ ਮੈਨੂੰ ਖਾਣਾ ਖਿਲਾਇਆ ਤੇ ਕਹਿਣ ਲੱਗਾ, ਤੂੰ ਆਰਾਮ ਨਾਲ ਪੇਟ ਭਰ ਕੇ ਖਾਣਾ ਖਾ ਲੈ। ਪਹਿਲਾਂ ਤਾਂ ਮੈਂ ਪੇਟ ਭਰ ਕੇ ਖਾਣਾ ਖਾਧਾ। ਉਸ ਆਦਮੀ ਨੂੰ ਵੀ ਮੈਨੂੰ ਦੇਖ ਕੇ ਇਦਾਂ ਅਹਿਸਾਸ ਹੋ ਗਿਆ ਸੀ ਕਿ ਮੈਂ ਬਹੁਤ ਜ਼ਿਆਦਾ ਭੁੱਖੀ ਹਾਂ, ਇਸ ਲਈ ਉਸਨੇ ਮੈਨੂੰ ਕੋਈ ਸਵਾਲ ਵੀ ਨਹੀਂ ਕੀਤਾ ਸੀ। ਖਾਣਾ ਖਾਣ ਤੋਂ ਬਾਅਦ ਉਸਨੇ ਮੈਨੂੰ ਪੁੱਛਿਆ, ਹੁਣ ਤੂੰ ਦੱਸ ਕਿ ਤੂੰ ਕੌਣ ਹੈ, ਆਪਣੇ ਬਾਰੇ ਵਿੱਚ ਸਭ ਕੁਝ ਦੱਸ। ਮੇਰੀਆਂ ਅੱਖਾਂ ਸਾਹਮਣੇ
ਮੇਰਾ ਬੀਤਿਆ ਹੋਇਆ ਕੱਲ ਘੁੰਮ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਨਾਲ ਇਸ ਆਦਮੀ ਨੂੰ ਬੀਤੇ ਹੋਏ ਕੱਲ ਬਾਰੇ ਦੱਸਾਂ ਤੇ ਕਿਵੇਂ ਦੱਸਾਂ ਕਿ ਮੈਂ ਕੌਣ ਹਾਂ। ਜੇ ਤੂੰ ਮੈਨੂੰ ਆਪਣੇ ਬਾਰੇ ਦੱਸ ਦੇਵੇਗੀ ਤਾਂ ਮੈਂ ਤੇਰੇ ਲਈ ਰਹਿਣ ਦਾ ਇੰਤਜ਼ਾਮ ਵੀ ਕਰ ਦੂੰਗਾ। ਤੂੰ ਇਸ ਘਰ ਵਿੱਚ ਆਰਾਮ ਨਾਲ ਰਹਿ ਸਕਦੀ ਹੈ। ਇੱਥੇ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਘਰ ਵਿੱਚ ਮੈਂ ਇਕੱਲਾ ਹੀ ਰਹਿੰਦਾ ਹਾਂ ਤੇ ਸਿਰਫ ਮੇਰਾ ਮੁੰਡਾ ਰਹਿੰਦਾ ਹੈ, ਬਾਕੀ ਕੋਈ ਨਹੀਂ ਰਹਿੰਦਾ। ਘਰ ਵਿੱਚ ਕੰਮ ਕਰਨ ਲਈ ਨੌਕਰ ਵੀ ਲੱਗੇ ਹੋਏ ਹਨ। ਮੈਂ ਉਸ ਨੂੰ ਦੱਸਿਆ ਕਿ ਮੇਰਾ ਨਾਂ ਦੀਪਤੀ ਹੈ ਤੇ ਮੈਂ ਬਹੁਤ ਅਮੀਰ ਪਰਿਵਾਰ ਦੀ ਕੁੜੀ ਸੀ। ਮੇਰੇ 4 ਭਰਾ ਹਨ। ਮੈਂ ਆਪਣੇ 4 ਭਰਾਵਾਂ ਦੀ ਇਕਲੌਤੀ ਭੈਣ ਸੀ ਤੇ ਪਿੰਡ ਦੀ ਰਹਿਣ ਵਾਲੀ ਸੀ। ਸੋਸ਼ਲ ਮੀਡੀਆ ਤੇ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ। ਉਸ ਦੀ ਖਾਤਰ ਮੈਂ ਆਪਣਾ ਪਿੰਡ ਛੱਡ ਕੇ ਇੱਥੇ ਆ ਗਈ ਸੀ। ਇੱਥੇ ਆਉਣ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਚੰਗੀ ਚੱਲ ਰਹੀ ਸੀ। ਫਿਰ ਇੱਕ ਦਿਨ ਇੱਕ ਐਕਸੀਡੈਂਟ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਤੇ ਮੇਰੇ ਉੱਪਰ ਪਰੇਸ਼ਾਨੀਆਂ ਦੇ ਪਹਾੜ ਟੁੱਟ ਪਏ ਤੇ ਮੇਰੀ ਮਜਬੂਰੀਆਂ ਨੇ ਮੈਨੂੰ ਸੜਕ ਦੇ ਕਿਨਾਰੇ ਭੀਖ ਮੰਗਣ ਤੇ ਮਜਬੂਰ ਕਰ ਦਿੱਤਾ। 2 ਦਿਨ ਤੋਂ ਮੈਂ ਕੁਝ ਨਹੀਂ ਖਾਧਾ ਸੀ, ਇਸ ਲਈ ਤੁਹਾਡੇ ਪੈਰਾਂ ਵਿੱਚ ਡਿੱਗ ਕੇ ਤੁਹਾਡੇ ਤੋਂ ਭੀਖ ਮੰਗ ਰਹੀ ਸੀ। ਜੇ ਤੁਸੀਂ ਮੇਰੀ ਮਦਦ ਨਹੀਂ ਕਰਦੇ ਤਾਂ ਮੈਂ ਭੁੱਖ ਨਾਲ ਮਰ ਜਾਂਦੀ। ਉਸ ਆਦਮੀ ਨੇ ਕਿਹਾ ਕਿ ਤੂੰ ਮੇਰੇ ਲਈ ਮੇਰੀ ਭੈਣ ਦੀ ਤਰ੍ਹਾਂ ਹੈ। ਤੂੰ ਮੇਰੇ ਘਰ ਵਿੱਚ ਆਰਾਮ ਨਾਲ ਰਹਿ ਸਕਦੀ ਹੈ, ਪਰ ਤੈਨੂੰ ਇਸ ਦੇ ਬਦਲੇ ਮੇਰੇ ਮੁੰਡੇ ਦੀ ਚੰਗੀ ਤਰ੍ਹਾਂ ਨਾਲ ਪਰਵਰਿਸ਼ ਕਰਨੀ ਹੋਵੇਗੀ। ਮੈਂ ਤੈਨੂੰ ਖੁਸ਼ ਕਰ ਦੂੰਗਾ। ਮੇਰੀ ਪਤਨੀ ਮਰ ਚੁੱਕੀ ਹੈ, ਇਸ ਲਈ ਮੇਰੇ ਮੁੰਡੇ ਦੀ ਪਰਵਰਿਸ਼ ਨਹੀਂ ਹੋ ਪਾ ਰਹੀ ਹੈ। ਮੈਨੂੰ ਇੱਕ ਐਦਾਂ ਦੀ ਕੁੜੀ ਦੀ ਜ਼ਰੂਰਤ ਹੈ ਜੋ ਮੇਰੇ ਮੁੰਡੇ ਨੂੰ ਮਾਂ ਬਣ ਕੇ ਪਾਲ ਸਕੇ। ਉਹਨਾਂ ਨੇ ਮੈਨੂੰ ਆਪਣੇ ਮੁੰਡੇ ਨਾਲ ਮਿਲਵਾਇਆ ਤੇ ਕਹਿਣ ਲੱਗਿਆ, ਇਹ ਮੇਰਾ ਮੁੰਡਾ ਹੈ ਤੇ ਇਸ ਦਾ ਨਾਂ ਗੁਰੀ ਹੈ। ਇਸ ਦੇ ਪੈਦਾ ਹੋਣ ਦੇ ਬਾਅਦ ਹੀ ਇਸ ਦੀ ਮਾਂ ਇਸ ਨੂੰ ਛੱਡ ਕੇ ਚਲੀ ਗਈ ਸੀ। ਮੈਂ ਉਸ ਆਦਮੀ ਦੇ ਮੁੰਡੇ ਨੂੰ ਗੋਦੀ ਵਿੱਚ ਲਿਆ ਤੇ ਪਿਆਰ ਕਰਨ ਲੱਗੀ ਤੇ ਕਿਹਾ, ਅੱਜ ਜੇ ਮੇਰਾ ਮੁੰਡਾ ਹੁੰਦਾ ਤਾਂ ਉਹ ਵੀ ਇਸ ਦੇ ਵਰਗਾ ਹੁੰਦਾ। ਵਿਆਹ ਦੇ 1 ਮਹੀਨੇ ਬਾਅਦ ਹੀ ਮੈਂ ਵੀ ਪ੍ਰੈਗਨੈਂਟ ਹੋ ਗਈ ਸੀ, ਪਰ ਮੇਰਾ ਮਿਸਕੈਰੇਜ ਹੋ ਗਿਆ ਸੀ। ਇਸ ਵਜ੍ਹਾ ਨਾਲ ਮੈਂ ਆਪਣੇ ਬੱਚੇ ਨੂੰ ਖੋ ਦਿੱਤਾ। ਮੈਂ ਤੁਹਾਨੂੰ ਵਾਅਦਾ ਕਰਦੀ ਹਾਂ, ਮੈਂ ਤੁਹਾਡੇ ਮੁੰਡੇ ਨੂੰ ਆਪਣਾ ਮੁੰਡਾ ਸਮਝ ਕੇ ਹੀ ਇਸ ਦੀ ਪਰਵਰਿਸ਼ ਕਰੂੰਗੀ। ਗੁਰੀ ਦਾ ਖਿਆਲ ਰੱਖਣ ਵਿੱਚ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ। ਮੇਰੀ ਜ਼ਿੰਮੇਵਾਰੀ ਸਿਰਫ ਇੰਨੀ ਸੀ ਕਿ ਮੈਨੂੰ ਗੁਰੀ ਦਾ ਖਿਆਲ ਰੱਖਣਾ ਸੀ। ਸਮੇਂ ਤੇ ਉਸ ਨੂੰ ਖਾਣਾ ਖਿਲਾਉਣਾ, ਸਮੇਂ ਤੇ ਉਸ ਨੂੰ ਸੁਲਾਉਣਾ ਤੇ ਉਸ ਦੇ ਕੱਪੜੇ ਵਗੈਰਾ ਬਦਲਣੇ। ਬਾਕੀ ਹਰ ਕੰਮ ਲਈ ਘਰ ਵਿੱਚ ਨੌਕਰਾਣੀਆਂ ਮੌਜੂਦ ਸੀ। ਇੱਕ ਦਿਨ ਮੈਂ ਸਵੇਰੇ ਉੱਠੀ ਤਾਂ ਦੇਖਿਆ ਕਿ ਗੁਰੀ ਬਿਸਤਰ ਤੋਂ ਗਾਇਬ ਸੀ। ਮੈਂ ਉੱਠ ਕੇ ਬਾਹਰ ਆਈ ਤੇ ਫਿਰ ਮੈਂ ਸਾਹਿਬ ਨੂੰ ਪੁੱਛਿਆ ਕਿ ਸਾਹਿਬ ਗੁਰੀ ਕਿੱਥੇ ਹੈ? ਉਹ ਆਪਣੇ ਬਿਸਤਰ ਤੇ ਨਹੀਂ ਹੈ। ਸਾਹਿਬ ਨੇ ਮੈਨੂੰ ਦੱਸਿਆ ਕਿ ਸ਼ਾਮ ਤੱਕ ਉਹ ਘਰ ਵਾਪਸ ਆ ਜਾਵੇਗਾ। ਮੈਂ ਸਾਹਿਬ ਨੂੰ ਕਈ ਵਾਰ ਪੁੱਛਿਆ ਕਿ ਆਖਰ ਉਹ ਗਿਆ ਕਿੱਥੇ ਹੈ ਤੇ ਸ਼ਾਮ ਤੱਕ ਉਹ ਕਿੱਥੇ ਰਹੇਗਾ, ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ। ਉਹ ਘਰ ਦੇ ਮਾਲਕ ਸੀ, ਇਸ ਲਈ ਮੈਂ ਉਹਨਾਂ ਨਾਲ ਜ਼ਿਆਦਾ ਜਿੱਦ ਵੀ ਨਹੀਂ ਕਰ ਸਕਦੀ ਸੀ, ਕਿਉਂਕਿ ਜੇ ਉਹ ਮੈਨੂੰ ਘਰ ਤੋਂ ਕੱਢ ਦਿੰਦੇ ਤਾਂ ਫਿਰ ਮੈਂ ਕਿੱਥੇ ਜਾਂਦੀ। ਰੋਜ਼ ਸ਼ਾਮ ਦੇ ਸਮੇਂ ਤੱਕ ਗੁਰੀ ਘਰ ਆ ਜਾਂਦਾ ਸੀ ਤੇ ਰਾਤ ਨੂੰ ਜਦੋਂ ਮੈਂ ਉਸ ਨੂੰ ਸਲਾਹ ਦਿਆ ਕਰਦੀ ਸੀ ਤੇ ਸਵੇਰੇ ਉੱਠ ਕੇ ਦੇਖਦੀ ਤਾਂ ਗੁਰੀ ਆਪਣੇ ਬਿਸਤਰ ਤੋਂ ਗਾਇਬ ਹੁੰਦਾ ਸੀ, ਪਰ ਸ਼ਾਮ ਨੂੰ ਆ ਜਾਂਦਾ ਸੀ। ਮੈਂ ਜਦੋਂ ਵੀ ਸਾਹਿਬ ਤੋਂ ਗੁਰੀ ਦੇ ਬਾਰੇ ਪੁੱਛਦੀ ਤਾਂ ਸਾਹਿਬ ਮੈਨੂੰ ਕੋਈ ਜਵਾਬ ਨਹੀਂ ਦਿੰਦੇ ਸੀ ਤੇ ਕਹਿ ਦਿਆ ਕਰਦੇ ਸੀ ਕਿ ਮੈਂ ਤੈਨੂੰ ਕਿਹਾ ਹੈ ਨਾ, ਤੂੰ ਇਸ ਮਾਮਲੇ ਤੋਂ ਦੂਰ ਰਹਿ। ਇਸ ਬਾਰੇ ਤੂੰ ਜ਼ਿਆਦਾ ਜਾਣਨ ਦੀ ਕੋਸ਼ਿਸ਼ ਨਾ ਕਰਕੇ ਉਹ ਕਿੱਥੇ ਹੈ, ਕਿੱਥੇ ਜਾਂਦਾ ਹੈ, ਇਸ ਗੱਲ ਨਾਲ ਤੇਰਾ ਕੋਈ ਲੈਣਾ ਦੇਣਾ ਨਹੀਂ ਹੈ। ਤੇਰਾ ਕੰਮ ਸਿਰਫ ਬੱਚੇ ਦੀ ਦੇਖਭਾਲ ਤੇ ਉਸ ਦੀ ਚੰਗੀ ਪਰਵਰਿਸ਼ ਕਰਨਾ ਹੈ। ਜੋ ਕੰਮ ਤੈਨੂੰ ਦਿੱਤਾ ਗਿਆ ਹੈ ਤੂੰ ਬਸ ਉਹੀ ਕਰ। ਉਸ ਦੇ ਬਾਅਦ ਮੈਂ ਉਹਨਾਂ ਨੂੰ ਕੁਝ ਪੁੱਛਣਾ ਹੀ ਛੱਡ ਦਿੱਤਾ ਸੀ। ਇੱਕ ਰਾਤ ਜਦੋਂ ਮੈਂ ਗੁਰੀ ਦੇ ਨਾਲ ਸੋ ਰਹੀ ਸੀ ਤਾਂ ਅੱਧੀ ਰਾਤ ਵਿੱਚ ਮੇਰੀ ਅੱਖ ਖੁੱਲੀ ਤੇ ਮੈਂ ਦੇਖਿਆ ਕਿ ਗੁਰੀ ਬਿਸਤਰ ਤੇ ਹੀ ਮੌਜੂਦ ਸੀ। ਮੈਂ ਜਾਗਦੀ ਰਹੀ ਤੇ ਅਚਾਨਕ ਹੀ ਕਿਸ ਸਮੇਂ ਮੇਰੀ ਅੱਖ ਲੱਗ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ ਤੇ ਸਵੇਰ ਨੂੰ ਰੋਜ਼ ਦੀ ਤਰ੍ਹਾਂ ਗੁਰੀ ਬਿਸਤਰ ਤੇ ਮੌਜੂਦ ਨਹੀਂ ਸੀ ਤੇ ਮੈਂ ਉੱਠ ਕੇ ਬਾਹਰ ਆ ਗਈ। ਮੈਂ ਬਾਹਰ ਆ ਕੇ ਦੇਖਿਆ ਤਾਂ ਸਾਹਿਬ ਬੈਠੇ ਹੋਏ ਸੀ ਤੇ ਸਾਹਿਬ ਮੇਰੇ ਵੱਲ ਪਿੱਠ ਕੀਤੇ ਹੋਏ ਬੈਠੇ ਸੀ। ਮੈਂ ਨੰਗੇ ਪੈਰ ਵਾਪਸ ਆਈ, ਇਸ ਲਈ ਸਾਹਿਬ ਨੂੰ ਮੇਰੇ ਕਦਮਾਂ ਦੀ ਆਵਾਜ਼ ਵੀ ਨਹੀਂ ਆਈ ਸੀ। ਸਾਹਿਬ ਆਪਣਾ ਫੋਨ ਚਲਾਉਣ ਵਿੱਚ ਵਿਅਸਤ ਸੀ। ਮੈਂ ਉਹਨਾਂ ਦਾ ਹੁਲੀਆ ਦੇਖ ਕੇ ਹੈਰਾਨ ਰਹਿ ਗਈ ਤੇ ਡਰ ਲੱਗੀ ਸੀ। ਵਾਪਸ ਆਪਣੇ ਕਮਰੇ ਵਿੱਚ ਚਲੀ ਆਈ। ਇਸ ਤੋਂ ਪਹਿਲਾਂ ਤਾਂ ਮੈਂ ਕਦੇ ਨਹੀਂ ਸੋਚਿਆ ਕਿ ਸਾਹਿਬ ਆਖਰ ਕੀ ਕੰਮ ਕਰਦੇ ਹਨ। ਮੈਨੂੰ ਤਾਂ ਇਸ ਘਰ ਵਿੱਚ ਹਰ ਚੀਜ਼ ਮਿਲ ਰਹੀ ਸੀ, ਇਸ ਲਈ ਮੈਂ ਜ਼ਿਆਦਾ ਇਸ ਬਾਰੇ ਸੋਚਿਆ ਨਹੀਂ ਸੀ। ਪਰ ਇੱਕ ਦਿਨ ਮੈਂ ਉੱਥੇ ਕੰਮ ਕਰਨ ਵਾਲੀਆਂ ਨੌਕਰਾਣੀਆਂ ਨੂੰ ਸਾਹਿਬ ਦੇ ਬਾਰੇ ਵਿੱਚ ਪੁੱਛਣਾ ਸ਼ੁਰੂ ਕੀਤਾ। ਉਹਨਾਂ ਨੂੰ ਪੁੱਛਿਆ ਕਿ ਆਖਰ ਸਾਹਿਬ ਕੀ ਕੰਮ ਕਰਦੇ ਹਨ ਤਾਂ ਉੱਥੋਂ ਦੀ ਇੱਕ ਨੌਕਰਾਣੀ ਨੇ ਮੈਨੂੰ ਦੱਸਿਆ ਕਿ ਸਾਹਿਬ ਪੁਲਿਸ ਇੰਸਪੈਕਟਰ ਹਨ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਮੈਂ ਇੱਕ ਪੁਲਿਸ ਵਾਲੇ ਦੇ ਘਰ ਵਿੱਚ ਰਹਿ ਰਹੀ ਹਾਂ। ਮੈਂ ਸੋਚਿਆ ਕਿ ਇਸ ਲਈ ਉਹਨਾਂ ਨੇ ਮੇਰੀ ਮਦਦ ਕੀਤੀ ਹੋਵੇਗੀ। ਮੈਂ ਐਵੇਂ ਹੋ ਗਈ ਜਿਵੇਂ ਮੈਨੂੰ ਸਾਹਿਬ ਦੇ ਕੰਮ ਬਾਰੇ ਕੁਝ ਪਤਾ ਹੀ ਨਹੀਂ ਹੈ।
ਇਸ ਲਈ ਮੈਂ ਸਾਹਿਬ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ। ਜੇ ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਮੈਂ ਉਹਨਾਂ ਬਾਰੇ ਸਭ ਜਾਣ ਗਈ ਹਾਂ ਤਾਂ ਪਤਾ ਨਹੀਂ ਉਹ ਮੇਰੇ ਨਾਲ ਕੀ ਕਰਦੇ। ਇਸ ਲਈ ਮੈਂ ਖਾਮੋਸ਼ ਹੋ ਗਈ ਸੀ। ਇੱਕ ਦਿਨ ਮੈਂ ਸਾਹਿਬ ਦੀ ਟੇਬਲ ਤੇ ਇੱਕ ਫਾਈਲ ਰੱਖੀ ਹੋਈ ਦੇਖੀ। ਉਸ ਫਾਈਲ ਨੂੰ ਉਠਾ ਕੇ ਮੈਂ ਕਮਰੇ ਅੰਦਰ ਰੱਖਣ ਜਾ ਰਹੀ ਸੀ। ਉਦੋਂ ਅਚਾਨਕ ਉਹ ਫਾਈਲ ਮੇਰੇ ਹੱਥ ਤੋਂ ਡਿੱਗ ਗਈ ਤੇ ਉਸ ਵਿੱਚ ਬਹੁਤ ਸਾਰੇ ਪੇਪਰ ਵੀ ਨਿਕਲ ਗਏ। ਮੈਂ ਉਹਨਾਂ ਪੇਪਰਾਂ ਨੂੰ ਇਕੱਠਾ ਕੀਤਾ। ਉਦੋਂ ਮੇਰੀ ਨਜ਼ਰ ਇੱਕ ਫੋਟੋ ਤੇ ਪਈ। ਜਦੋਂ ਮੈਂ ਫੋਟੋ ਦੇਖੀ ਤਾਂ ਫੋਟੋ ਦੇਖਦੇ ਹੀ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਫੋਟੋ ਕਿਸੇ ਹੋਰ ਦੀ ਨਹੀਂ ਬਲਕਿ ਮੇਰੇ ਪਤੀ ਦੀ ਸੀ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੇ ਪਤੀ ਦੀ ਫੋਟੋ ਆਖਰ ਇੱਥੇ ਕੀ ਕਰ ਰਹੀ ਹੈ। ਮੈਂ ਸੋਚਿਆ ਕਿ ਜੇ ਸਭ ਨੂੰ ਪਤਾ ਚੱਲ ਗਿਆ ਕਿ ਮੈਂ ਇਹ ਫੋਟੋ ਦੇਖ ਲਈ ਹੈ ਜਾਂ ਫਿਰ ਇਹ ਪਤਾ ਚੱਲ ਗਿਆ ਕਿ ਇਸ ਫੋਟੋ ਵਿੱਚ ਜੋ ਆਦਮੀ ਹੈ ਮੈਂ ਉਸ ਦੀ ਪਤਨੀ ਹਾਂ ਤਾਂ ਉਹ ਮੈਨੂੰ ਨਹੀਂ ਛੱਡੇਗਾ। ਉਸ ਸਮੇਂ ਡਰ ਦੀ ਵਜ੍ਹਾ ਨਾਲ ਮੈਂ ਜਲਦੀ ਸਾਰੀਆਂ ਚੀਜ਼ਾਂ ਇਕੱਠੇ ਕੀਤੀਆਂ ਤੇ ਉਸ ਫਾਈਲ ਨੂੰ ਤਿਆਰ ਕਰਕੇ ਸਾਹਿਬ ਦੇ ਕਮਰੇ ਵਿੱਚ ਰੱਖ ਕੇ ਵਾਪਸ ਆ ਗਈ। ਪਰ ਹੁਣ ਮੈਨੂੰ ਡਰ ਲੱਗਣ ਲੱਗਿਆ ਸੀ ਤੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਸੀ ਕਿ ਮੈਨੂੰ ਆਪਣੀ ਜਾਨ ਦਾ ਖਤਰਾ ਹੋ ਗਿਆ ਸੀ ਤੇ ਇਸ ਦੇ ਬਾਵਜੂਦ ਵੀ ਮੈਂ ਉੱਥੇ ਨਹੀਂ ਜਾ ਸਕਦੀ ਸੀ ਕਿਉਂਕਿ ਇਸ ਘਰ ਦੇ ਇਲਾਵਾ ਮੇਰਾ ਕੋਈ ਠਿਕਾਣਾ ਨਹੀਂ ਸੀ ਤੇ ਮੈਨੂੰ ਉਸ ਬੱਚੇ ਨਾਲ ਪਿਆਰ ਹੋ ਗਿਆ ਸੀ। ਇਦਾਂ ਲੱਗਦਾ ਸੀ ਜਿਵੇਂ ਇਹ ਮੇਰਾ ਹੀ ਬੱਚਾ ਹੈ। ਇਸ ਬੱਚੇ ਨਾਲ ਮੈਨੂੰ ਦਿਲ ਤੋਂ ਲਗਾਅ ਹੋ ਗਿਆ ਸੀ ਤੇ ਇਸ ਦੇ ਇਲਾਵਾ ਮੈਨੂੰ ਇਸ ਫੋਟੋ ਦਾ ਰਾਜ਼ ਵੀ ਜਾਣਨਾ ਸੀ। ਆਖਰ ਇੱਕ ਪੁਲਿਸ ਵਾਲੇ ਆਦਮੀ ਕੋਲ ਮੇਰੇ ਪਤੀ ਦਾ ਫੋਟੋ ਕਿਵੇਂ ਆਇਆ। ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਕੁਝ ਗੜਬੜ ਨਾ ਹੋ ਜਾਵੇ। ਕਿਤੇ ਇਦਾਂ ਨਾ ਹੋਵੇ ਕਿ ਮੇਰੇ ਭਰਾਵਾਂ ਨੇ ਦੀਪ ਨੂੰ ਲੱਭਣ ਲਈ ਇਸ ਪੁਲਿਸ ਵਾਲੇ ਨੂੰ ਰਿਪੋਰਟ ਲਿਖਾਈ ਹੋਵੇ। ਪਰ ਮੇਰੇ ਭਰਾਵਾਂ ਨੇ ਤਾਂ ਦੀਪ ਨੂੰ ਦੇਖਿਆ ਹੀ ਨਹੀਂ ਸੀ। ਮੇਰੀ ਕੁਝ ਸਮਝ ਨਹੀਂ ਆ ਰਿਹਾ ਸੀ। ਪਤਾ ਨਹੀਂ ਮੇਰੇ ਦਿਮਾਗ ਵਿੱਚ ਕੀ ਖਿਆਲ ਆ ਰਹੇ ਸੀ। ਉਸ ਆਦਮੀ ਤੋਂ ਪੁੱਛਣ ਦੀ ਤਾਂ ਮੇਰੇ ਅੰਦਰ ਹਿੰਮਤ ਨਹੀਂ ਸੀ। ਮੈਨੂੰ ਉੱਥੇ ਰਹਿੰਦੇ ਹੋਏ 4 ਮਹੀਨੇ ਹੋ ਗਏ ਸੀ। ਉਸ ਬੱਚੇ ਨੇ ਹੁਣ ਮੈਨੂੰ ਮੰਮੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਮੈਂ ਉਸ ਨੂੰ ਬਹੁਤ ਵਾਰ ਮਨਾ ਕੀਤਾ ਕਿ ਉਹ ਮੈਨੂੰ ਮੰਮੀ ਨਾ ਕਿਹਾ ਕਰੇ, ਪਰ ਫਿਰ ਵੀ ਉਹ ਮੈਨੂੰ ਮੰਮੀ ਹੀ ਕਹਿੰਦਾ ਸੀ। ਸਾਹਿਬ ਨੂੰ ਵੀ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਸੀ। ਮੈਨੂੰ ਵੀ ਬੱਚੇ ਨਾਲ ਬਹੁਤ ਜ਼ਿਆਦਾ ਪਿਆਰ ਹੋ ਗਿਆ ਸੀ। ਉਸ ਦੇ ਬਾਅਦ ਵੀ 2-3 ਵਾਰ ਇਦਾਂ ਹੀ ਹੋਇਆ ਕਿ ਰਾਤ ਨੂੰ ਮੇਰੀ ਅੱਖ ਖੁੱਲਦੀ ਤੇ ਗੁਰੀ ਮੇਰੇ ਨਾਲ ਹੀ ਸੋ ਰਿਹਾ ਹੁੰਦਾ ਸੀ। ਪਰ ਜਦੋਂ ਸਵੇਰੇ ਉੱਠਦੀ ਤਾਂ ਗੁਰੀ ਬਿਸਤਰ ਤੋਂ ਗਾਇਬ ਹੁੰਦਾ ਤੇ ਜੋ ਤਸਵੀਰ ਮੈਂ ਉਸ ਫਾਈਲ ਵਿੱਚ ਦੇਖੀ ਸੀ ਕਿ ਉਹ ਇੱਕ ਸੁਪਨਾ ਸੀ, ਪਰ ਉਹ ਗਲਤ ਨਹੀਂ ਸੀ। ਮੇਰੇ ਪਤੀ ਦੀ ਤਸਵੀਰ ਇੱਥੇ ਹੋਣਾ ਵੀ ਹੈਰਾਨੀ ਦੀ ਗੱਲ ਸੀ। ਸਾਹਿਬ ਨੇ ਮੈਨੂੰ ਇੱਕ ਫੋਨ ਦਿੱਤਾ ਤੇ ਕਿਹਾ ਕਿ ਜੇ ਤੈਨੂੰ ਕਿਸੇ ਨਾਲ ਗੱਲ ਕਰਨ ਦੀ ਜ਼ਰੂਰਤ ਪਏ ਤਾਂ ਤੂੰ ਇਸ ਤੋਂ ਗੱਲ ਕਰ ਸਕਦੀ ਹੈ। ਇੱਕ ਦਿਨ ਮੇਰੇ ਮੋਬਾਈਲ ਤੇ ਕਿਸੇ ਦਾ ਫੋਨ ਆਇਆ। ਮੈਂ ਕੰਮ ਵਿੱਚ ਵਿਅਸਤ ਸੀ, ਇਸ ਵਜ੍ਹਾ ਨਾਲ ਫੋਨ ਨਹੀਂ ਉਠਾ ਪਾਈ ਕਿਉਂਕਿ ਮੇਰਾ ਫੋਨ ਕਮਰੇ ਵਿੱਚ ਰੱਖਿਆ ਹੋਇਆ ਸੀ। ਜਦੋਂ ਮੈਂ ਬਾਹਰ ਆਈ ਤੇ ਆਪਣਾ ਮੋਬਾਈਲ ਦੇਖਿਆ ਤਾਂ ਮੋਬਾਈਲ ਵਿੱਚ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ ਹੋਈ ਸੀ। ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ, ਪਰ ਕੁਝ ਦੇਰ ਦੇ ਬਾਅਦ ਉਸ ਨੰਬਰ ਤੋਂ ਮੈਸੇਜ ਆਇਆ ਜਿਸ ਵਿੱਚ ਮੇਰਾ ਨਾਂ ਲਿਖਿਆ ਹੋਇਆ ਸੀ ਤੇ ਲਿਖਿਆ ਹੋਇਆ ਸੀ, ਦੀਪਤੀ ਤੂੰ ਕਿਵੇਂ ਹੈ। ਮੈਨੂੰ ਬਹੁਤ ਹੈਰਾਨੀ ਹੋਈ ਕਿ ਆਖਰ ਕੌਣ ਹੈ ਜੋ ਮੈਨੂੰ ਮੇਰੇ ਨਾਂ ਨਾਲ ਜਾਣਦਾ ਹੈ। ਮੈਨੂੰ ਲੱਗਿਆ ਕਿ ਸ਼ਾਇਦ ਇੱਥੇ ਕੋਈ ਨੌਕਰਾਣੀਆਂ ਵਿੱਚੋਂ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ। ਇਸ ਲਈ ਮੈਂ ਉਸ ਮੈਸੇਜ ਦਾ ਰਿਪਲਾਈ ਨਹੀਂ ਕੀਤਾ। ਉਸ ਦੇ ਬਾਅਦ ਕੋਈ ਮੈਸੇਜ ਨਹੀਂ ਆਇਆ ਤਾਂ ਮੈਂ ਬੇਫਿਕਰ ਹੋ ਗਈ ਸੀ। ਫਿਰ ਹਰ ਰਾਤ ਨੂੰ ਇਸ ਨੰਬਰ ਤੋਂ ਮੈਸੇਜ ਆਉਣ ਲੱਗਿਆ। ਮੈਸੇਜ ਵਿੱਚ ਤਰ੍ਹਾਂ ਦੀ ਗੱਲ ਹੁੰਦੀ ਸੀ। ਕਦੇ ਮੇਰੀ ਪੂਰੀ ਜ਼ਿੰਦਗੀ ਬਾਰੇ ਕੋਈ ਗੱਲ ਹੁੰਦੀ ਤਾਂ ਕਦੇ ਮੇਰੇ ਭਰਾਵਾਂ ਦੇ ਬਾਰੇ ਵਿੱਚ ਕੋਈ ਗੱਲ ਹੁੰਦੀ ਸੀ ਤਾਂ ਕਦੇ ਮੇਰੇ ਪਤੀ ਦੇ ਬਾਰੇ। ਕੋਈ ਤਾਂ ਇਦਾਂ ਦਾ ਇਨਸਾਨ ਸੀ ਜਿਸ ਨੂੰ ਮੇਰੇ ਬਾਰੇ ਸਭ ਕੁਝ ਪਤਾ ਸੀ ਤੇ ਜੋ ਮੈਨੂੰ ਮੈਸੇਜ ਕਰ ਰਿਹਾ ਸੀ। ਮੇਰੇ ਨਾਲ ਜੋ ਕੁਝ ਵੀ ਹੋਇਆ ਸੀ ਇਹ ਸਭ ਤਾਂ ਮੈਂ ਹੀ ਜਾਣਦੀ ਸੀ। ਮੈਨੂੰ ਡਰ ਲੱਗਣ ਲੱਗਿਆ ਸੀ, ਪਤਾ ਨਹੀਂ ਇਹ ਕੌਣ ਹੈ ਤੇ ਮੇਰੇ ਪਿੱਛੇ ਕਿਉਂ ਪਿਆ ਹੋਇਆ ਹੈ। ਮੈਂ ਇਹ ਗੱਲ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ। ਉਹ ਮੈਨੂੰ ਇਹੀ ਕਹਿੰਦਾ ਸੀ ਕਿ ਤੂੰ ਮੈਨੂੰ ਆਪਣਾ ਦੋਸਤ ਸਮਝ ਸਕਦੀ ਹੈ ਤੇ ਕਹਿੰਦਾ ਸੀ ਕਿ ਜੇ ਤੈਨੂੰ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਤੂੰ ਮੈਨੂੰ ਇੱਕ ਮੈਸੇਜ ਕਰ ਦੇਣਾ, ਮੈਂ ਤੇਰੀ ਸਾਰੀ ਪਰੇਸ਼ਾਨੀ ਖਤਮ ਕਰ ਦੂੰਗਾ। ਪਰ ਮੈਂ ਡਰ ਚੁੱਕੀ ਸੀ, ਇਸ ਲਈ ਮੈਂ ਉਸਦਾ ਨੰਬਰ ਬਲੌਕ ਕਰ ਦਿੱਤਾ। ਪਰ ਫਿਰ ਉਹ ਮੈਨੂੰ ਨਵੇਂ ਨੰਬਰਾਂ ਤੋਂ ਮੈਸੇਜ ਕਰਨ ਲੱਗਿਆ ਸੀ। ਮੈਂ ਜਿੰਨੇ ਵੀ ਨੰਬਰ ਬਲੌਕ ਕਰਦੀ ਸੀ ਹਰ ਵਾਰ ਉਹ ਨਵੇਂ ਨੰਬਰ ਤੋਂ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਿਆ ਕਰਦਾ ਸੀ। ਇਦਾਂ ਦੀ ਗੱਲ ਕਹਿੰਦਾ ਕਿ ਮੈਂ ਪਰੇਸ਼ਾਨ ਹੋ ਜਾਂਦੀ ਸੀ। ਇੱਕ ਵਾਰ ਮੈਨੂੰ ਸ਼ੱਕ ਵੀ ਹੋਇਆ ਕਿ ਕਿਤੇ ਸਾਹਿਬ ਤਾਂ ਨਹੀਂ ਜੋ ਮੈਨੂੰ ਪਰੇਸ਼ਾਨ ਕਰ ਰਹੇ ਹਨ, ਪਰ ਫਿਰ ਮੈਂ ਇਸ ਨੂੰ ਆਪਣਾ ਵਹਿਮ ਸਮਝ ਕੇ ਭੁੱਲ ਗਈ। ਪਰ ਹੁਣ ਹੌਲੀ ਮੈਨੂੰ ਇਹ ਸਭ ਕੁਝ ਸੱਚ ਲੱਗਣ ਲੱਗਿਆ ਸੀ। ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਇਸ ਘਰ ਵਿੱਚੋਂ ਮੇਰਾ ਖਾਣਾ ਪੀਣਾ ਉੱਠਣ ਵਾਲਾ ਹੈ। ਮੈਨੂੰ ਕਿਸੇ ਵੀ ਤਰ੍ਹਾਂ ਨਾਲ ਇੱਥੋਂ ਚਲੇ ਜਾਣਾ ਚਾਹੀਦਾ ਹੈ। ਮੇਰੀ ਜਾਨ ਨੂੰ ਬਹੁਤ ਖਤਰਾ ਹੋ ਸਕਦਾ ਹੈ, ਪਰ ਇੱਥੇ ਮੈਂ ਇੱਜ਼ਤ ਨਾਲ ਰਹਿ ਰਹੀ ਸੀ। ਮੈਨੂੰ ਸਾਹਿਬ ਤੇ ਸ਼ੱਕ ਹੋਇਆ ਤਾਂ ਮੈਂ ਸਾਹਿਬ ਤੇ ਨਜ਼ਰ ਰੱਖਣਾ ਸ਼ੁਰੂ ਕਰ ਦਿੱਤਾ ਸੀ।
ਪਰ ਮੈਨੂੰ ਐਦਾਂ ਲੱਗਦਾ ਸੀ ਕਿ ਸਿਰਫ ਉਹੀ ਇੱਕ ਇਨਸਾਨ ਹਨ ਜੋ ਮੇਰੇ ਬਾਰੇ ਸਭ ਕੁਝ ਜਾਣਦੇ ਹਨ। ਸ਼ਾਇਦ ਉਹੀ ਹਨ ਜੋ ਮੈਨੂੰ ਤੰਗ ਕਰ ਰਹੇ ਹਨ, ਕਿਉਂਕਿ ਅਕਸਰ ਐਦਾਂ ਹੁੰਦਾ ਸੀ ਜਦੋਂ ਮੇਰੇ ਕੋਲ ਮੈਸੇਜ ਆ ਰਿਹਾ ਹੁੰਦਾ ਸੀ ਉਸ ਸਮੇਂ ਸਭ ਵੀ ਮੋਬਾਈਲ ਚਲਾ ਰਹੇ ਹੁੰਦੇ ਸੀ, ਪਰ ਉਸ ਮੈਸੇਜ ਕਰਨ ਵਾਲੇ ਸ਼ਖਸ ਦੀ ਮੈਨੂੰ ਕੋਈ ਡਿਮਾਂਡ ਨਹੀਂ ਸੀ। ਉਸ ਦਾ ਸਿਰਫ ਇੱਕ ਹੀ ਕਹਿਣਾ ਸੀ ਕਿ ਮੈਂ ਉਸ ਨਾਲ ਗੱਲ ਕਰਦੀ ਰਹਾਂ ਤੇ ਉਸ ਨੂੰ ਆਪਣਾ ਦੋਸਤ ਸਮਝਾਂ ਤੇ ਉਸ ਨੂੰ ਆਪਣੀ ਸਾਰੀ ਪਰੇਸ਼ਾਨੀਆਂ ਦੱਸਿਆ ਕਰਾਂ। ਜਦੋਂ ਬਹੁਤ ਦਿਨ ਗੁਜ਼ਰ ਗਏ ਤੇ ਉਸਨੇ ਮੇਰੇ ਬਾਰੇ ਸਭ ਕੁਝ ਜਾਣਨ ਦੇ ਬਾਵਜੂਦ ਵੀ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੇ ਨਾ ਹੀ ਮੈਨੂੰ ਕਿਸੇ ਤਰ੍ਹਾਂ ਨਾਲ ਬਲੈਕਮੇਲ ਕੀਤਾ, ਤਾਂ ਹੌਲੀ-ਹੌਲੀ ਮੈਨੂੰ ਵੀ ਉਸ ਤੇ ਭਰੋਸਾ ਹੋਣ ਲੱਗਿਆ ਸੀ ਤੇ ਮੈਂ ਉਸ ਨਾਲ ਗੱਲ ਕਰਨ ਲੱਗੀ ਸੀ। ਮੈਂ ਆਪਣੀ ਕੋਈ ਪਰੇਸ਼ਾਨੀ ਤਾਂ ਉਸ ਨਾਲ ਸ਼ੇਅਰ ਨਹੀਂ ਕਰਦੀ ਸੀ, ਪਰ ਉਸ ਨਾਲ ਗੱਲ ਕਰਦੀ ਰਹਿੰਦੀ ਸੀ। ਉਹ ਮੈਨੂੰ ਇੱਧਰ ਉੱਧਰ ਦਾ ਹੱਸੀ ਮਜ਼ਾਕ ਵੀ ਕਰਿਆ ਕਰਦਾ ਸੀ ਤੇ ਜਦੋਂ ਮੈਂ ਉਸ ਨੂੰ ਪੁੱਛਦੀ ਕਿ ਤੈਨੂੰ ਮੇਰੇ ਬਾਰੇ ਇੰਨਾ ਸਭ ਕਿਵੇਂ ਪਤਾ, ਤਾਂ ਉਹ ਮੇਰੇ ਇਸ ਸਵਾਲ ਤੇ ਕੋਈ ਜਵਾਬ ਨਹੀਂ ਦਿੰਦਾ ਸੀ ਤੇ ਆਪਣੇ ਬਾਰੇ ਇਹ ਵੀ ਦੱਸਿਆ ਕਿ ਉਹ ਨੌਕਰੀ ਕਰਦਾ ਹੈ ਤੇ ਉਹ ਸ਼ਾਦੀशुदा ਵੀ ਨਹੀਂ ਹੈ ਤੇ ਉਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਇਸ ਦੁਨੀਆ ਵਿੱਚ ਮੇਰਾ ਵੀ ਤਾਂ ਕੋਈ ਨਹੀਂ ਸੀ, ਇਸ ਲਈ ਮੇਰੀ ਉਸ ਨਾਲ ਚੰਗੀ ਦੋਸਤੀ ਹੋ ਗਈ ਸੀ। ਮੈਂ ਕੋਸ਼ਿਸ਼ ਕਰਦੀ ਸੀ ਕਿ ਕਿਸੇ ਦੇ ਸਾਹਮਣੇ ਉਸ ਨਾਲ ਗੱਲ ਨਾ ਕਰਾਂ, ਇਸ ਲਈ ਮੈਂ ਉਸ ਨੂੰ ਇਹ ਗੱਲ ਵੀ ਦੱਸ ਦਿੱਤੀ ਸੀ ਕਿ ਕਿਸੇ ਦੇ ਸਾਹਮਣੇ ਉਸ ਨਾਲ ਜ਼ਿਆਦਾ ਗੱਲ ਨਹੀਂ ਕਰ ਸਕਦੀ। ਇਸ ਗੱਲ ਤੇ ਉਸਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ, ਮੈਂ ਇਸ ਗੱਲ ਦਾ ਧਿਆਨ ਰੱਖੂੰਗਾ ਤੇ ਹੁਣ ਅਸੀਂ ਰਾਤ ਨੂੰ ਹੀ ਗੱਲ ਕਰਿਆ ਕਰਾਂਗੇ। ਜਦੋਂ ਸਾਰੇ ਸੋ ਜਾਂਦੇ ਸੀ ਤਾਂ ਰਾਤ ਨੂੰ ਮੈਂ ਦੇਰ ਤੱਕ ਉਸ ਨਾਲ ਚੈਟਿੰਗ ਕਰਦੀ ਰਹਿੰਦੀ ਸੀ। ਦੇਰ ਤੱਕ ਚੈਟਿੰਗ ਕਰਨ ਦੀ ਵਜ੍ਹਾ ਨਾਲ ਸਵੇਰ ਨੂੰ ਮੇਰੀ ਅੱਖ ਨਹੀਂ ਖੁੱਲਦੀ ਸੀ ਤੇ ਜਦੋਂ ਮੈਂ ਉੱਠਦੀ ਸੀ ਤਾਂ ਗੁਰੀ ਵੀ ਨਹੀਂ ਹੁੰਦਾ ਸੀ। ਹੁਣ ਮੈਨੂੰ ਉਸ ਨਾਲ ਗੱਲ ਕਰਨ ਦੀ ਆਦਤ ਹੋ ਚੁੱਕੀ ਸੀ। ਗੁਰੀ ਦੇ ਬਾਰੇ ਮੈਂ ਉਸ ਨਾਲ ਕੁਝ ਡਿਸਕਸ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਇਹ ਮੇਰਾ ਰਾਜ਼ ਸੀ ਤੇ ਇਸ ਘਰ ਦਾ ਰਾਜ਼ ਕਿਵੇਂ ਕਿਸੇ ਦੇ ਨਾਲ ਸ਼ੇਅਰ ਕਰ ਸਕਦੀ ਸੀ, ਕਿਉਂਕਿ ਮੈਂ ਇਸ ਘਰ ਦਾ ਨਮਕ ਖਾ ਰਹੀ ਸੀ। ਤੇ ਵੈਸੇ ਵੀ ਉਹ ਕੌਣ ਸੀ, ਮੈਂ ਉਸ ਨੂੰ ਜ਼ਿਆਦਾ ਤਾਂ ਨਹੀਂ ਜਾਣਦੀ ਸੀ। ਪਤਾ ਨਹੀਂ ਜੋ ਕੁਝ ਉਸਨੇ ਮੇਰੇ ਬਾਰੇ ਵਿੱਚ ਦੱਸਿਆ ਸੀ ਉਹ ਸੱਚ ਵੀ ਸੀ ਜਾਂ ਨਹੀਂ, ਇਸ ਬਾਰੇ ਵਿੱਚ ਤਾਂ ਮੈਂ ਨਹੀਂ ਜਾਣਦੀ ਸੀ। ਮੇਰੇ ਲਈ ਉਹ ਬਸ ਇੱਕ ਟਾਈਮ ਪਾਸ ਬਣ ਚੁੱਕਿਆ ਸੀ। ਵੈਸੇ ਵੀ ਮੈਂ ਸਾਰਾ ਦਿਨ ਇਕੱਲੇ ਬੋਰ ਰਹਿੰਦੀ ਸੀ। ਗੁਰੀ ਵੀ ਸ਼ਾਮ ਨੂੰ ਹੀ ਘਰ ਆਉਂਦਾ ਸੀ ਤੇ ਘਰ ਦੇ ਕੰਮ ਵੀ ਨੌਕਰ ਕਰਿਆ ਕਰਦੇ ਸੀ, ਇਸ ਲਈ ਉਸ ਨਾਲ ਗੱਲ ਕਰਕੇ ਮੇਰਾ ਟਾਈਮ ਪਾਸ ਹੋ ਜਾਂਦਾ ਸੀ। 2-3 ਦਿਨਾਂ ਤੋਂ ਉਹ ਮੈਨੂੰ ਕਹਿ ਰਿਹਾ ਸੀ ਉਹ ਮੈਨੂੰ ਮਿਲਣਾ ਚਾਹੁੰਦਾ ਹੈ, ਪਰ ਮੈਂ ਉਸ ਨੂੰ ਮਿਲਣ ਲਈ ਤਿਆਰ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਉਹ ਖੁਦ ਮੇਰੇ ਘਰ ਮੈਨੂੰ ਮਿਲਣ ਲਈ ਆਵੇਗਾ। ਮੈਂ ਉਸ ਦੀ ਗੱਲ ਨੂੰ ਇਗਨੋਰ ਕਰ ਦਿੱਤਾ, ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਕਿੱਥੇ ਰਹਿੰਦੀ ਹਾਂ। ਇੱਕ ਦਿਨ ਸ਼ਾਮ ਨੂੰ ਗੁਰੀ ਤੇ ਸਾਹਿਬ ਇਕੱਠੇ ਘਰ ਵਿੱਚ ਚੱਲਦੇ ਹੋਏ ਆਏ ਸੀ। ਸਾਹਿਬ ਨੇ ਮੈਨੂੰ ਕਿਹਾ ਕਿ ਸ਼ਾਮ ਦੇ ਖਾਣੇ ਦਾ ਇੰਤਜ਼ਾਮ ਕਰ, ਕਿਉਂਕਿ ਅੱਜ ਮੇਰਾ ਦੋਸਤ ਘਰ ਆ ਰਿਹਾ ਹੈ। ਮੇਰਾ ਦੋਸਤ ਬਹੁਤ ਦਿਨਾਂ ਬਾਅਦ ਮੇਰੇ ਘਰ ਆ ਰਿਹਾ ਹੈ, ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਹੱਥਾਂ ਨਾਲ ਉਸ ਲਈ ਟੇਸਟੀ ਖਾਣਾ ਬਣਾ ਕੇ ਤਿਆਰ ਕਰ। ਮੈਂ ਸਾਹਿਬ ਨੂੰ ਕਿਹਾ ਠੀਕ ਹੈ, ਮੈਂ ਖਾਣਾ ਬਣਾ ਕੇ ਤਿਆਰ ਕਰ ਦੂੰਗੀ। ਮੈਂ ਬਹੁਤ ਸਾਰੀ ਡਿਸ਼ਸ ਤਿਆਰ ਕੀਤੀ ਸੀ। 3 ਘੰਟੇ ਬਾਅਦ ਹੀ ਬਾਹਰ ਤੋਂ ਕਿਸੇ ਦੇ ਬੋਲਣ ਦੀ ਆਵਾਜ਼ ਆਉਣ ਲੱਗੀ। ਮੈਨੂੰ ਲੱਗਿਆ ਕਿ ਸ਼ਾਇਦ ਮਹਿਮਾਨ ਆ ਰਹੇ ਹਨ। ਮੈਂ ਆਪਣੇ ਕੰਮ ਵਿੱਚ ਇੰਨੀ ਵਿਅਸਤ ਹੋ ਗਈ ਕਿ ਫੋਨ ਵਾਲੇ ਮੁੰਡੇ ਨੂੰ ਭੁੱਲ ਹੀ ਗਈ ਸੀ। ਉਸਨੇ ਕਿਹਾ ਸੀ ਕਿ ਉਹ ਮੈਨੂੰ ਮਿਲਣ ਆਵੇਗਾ। ਖਾਣਾ ਤਿਆਰ ਕਰਨ ਤੋਂ ਬਾਅਦ ਜਦੋਂ ਮੈਂ ਰਸੋਈ ਤੋਂ ਬਾਹਰ ਨਿਕਲੀ ਤਾਂ ਨੀਚੇ ਹਾਲ ਵਿੱਚ ਬੈਠੇ ਹੋਏ ਇਨਸਾਨ ਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ। ਮੈਂ ਤਾਂ ਦੇਖਦੇ ਹੀ ਰਹਿ ਗਈ ਸੀ ਕਿ ਆਖਰ ਮੇਰੇ ਸਾਹਮਣੇ ਕੌਣ ਹੈ। ਮੈਂ ਹੈਰਾਨ ਰਹਿ ਗਈ ਸੀ। ਮੈਂ ਖੁਦ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਨੂੰ ਹੋਸ਼ ਨਹੀਂ ਆ ਰਿਹਾ ਸੀ। ਕੁਝ ਦੇਰ ਦੇ ਬਾਅਦ ਮੈਂ ਬੇਹੋਸ਼ ਹੋ ਗਈ ਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਕਮਰੇ ਵਿੱਚ ਬਿਸਤਰ ਤੇ ਲੇਟੀ ਹੋਈ ਸੀ। ਸਾਹਿਬ ਤੇ ਉਹ ਇਨਸਾਨ ਮੇਰੇ ਬਿਸਤਰ ਦੇ ਕੋਲ ਖੜੇ ਹੋਏ ਸੀ। ਉਹ ਇਨਸਾਨ ਕੋਈ ਹੋਰ ਨਹੀਂ ਬਲਕਿ ਮੇਰਾ ਪਤੀ ਦੀਪ ਸੀ। ਉਸ ਦਾ ਕਿਰਿਆਕਰਮ ਹੁੰਦੇ ਹੋਏ ਮੈਂ ਆਪਣੀ ਅੱਖਾਂ ਨਾਲ ਦੇਖਿਆ ਸੀ। ਮੈਂ ਤਾਂ ਹੈਰਾਨ ਹੋ ਕੇ ਦੀਪ ਵੱਲ ਦੇਖ ਰਹੀ ਸੀ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਜਿਉਂਦਾ ਤੇ ਸਹੀ ਸਲਾਮਤ ਮੇਰੇ ਸਾਹਮਣੇ ਖੜਾ ਹੋਇਆ ਹੈ। ਦੀਪ ਵੀ ਮੇਰੇ ਵੱਲ ਧਿਆਨ ਨਾਲ ਦੇਖ ਰਿਹਾ ਸੀ ਤੇ ਉਹਨਾਂ ਦੀਆਂ ਅੱਖਾਂ ਵਿੱਚ ਮੈਨੂੰ ਹੰਝੂ ਨਜ਼ਰ ਆ ਰਹੇ ਸੀ। ਦੀਪ ਨੇ ਮੈਨੂੰ ਕਿਹਾ, ਦੀਪਤੀ ਯਕੀਨ ਕਰ ਲੈ, ਮੈਂ ਹੀ ਹਾਂ ਤੇਰਾ ਦੀਪ ਜੋ ਤੈਨੂੰ ਬਹੁਤ ਪਿਆਰ ਕਰਦਾ ਹੈ। ਦੇਖ ਮੈਂ ਜਿਉਂਦਾ ਹਾਂ। ਤੇ ਇਹ ਕਹਿੰਦੇ ਹੋਏ ਉਹ ਮੇਰੇ ਕੋਲ ਬੈੱਡ ਤੇ ਬੈਠ ਗਿਆ। ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਤੇ ਮੈਂ ਉਹਨਾਂ ਨੂੰ ਛੂ ਕੇ ਦੇਖ ਰਹੀ ਸੀ। ਮੈਨੂੰ ਯਕੀਨ ਹੋ ਗਿਆ ਕਿ ਉਹ ਸੱਚ ਵਿੱਚ ਹੀ ਜਿਉਂਦਾ ਹੈ ਤੇ ਮੇਰੇ ਸਾਹਮਣੇ ਬੈਠਾ ਹੈ। ਮੈਂ ਉਸ ਨੂੰ ਗਲ ਲਾ ਕੇ ਬਹੁਤ ਰੋਣ ਲੱਗੀ। ਉਹ ਵੀ ਮੇਰੇ ਨਾਲ ਲਿਪਟ ਕੇ ਖੂਬ ਰੋ ਰਿਹਾ ਸੀ। ਉਸ ਦੇ ਜਾਣ ਤੋਂ ਬਾਅਦ ਮੇਰੇ ਨਾਲ ਜੋ ਕੁਝ ਵੀ ਹੋਇਆ ਸੀ ਉਹ ਸਭ ਯਾਦ ਕਰਕੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ। ਮੇਰੇ ਨਾਲ ਜੋ ਵੀ ਹੋਇਆ ਸੀ ਉਹ ਸਭ ਕੁਝ ਮੈਨੂੰ ਯਾਦ ਆਉਣ ਲੱਗਿਆ ਸੀ। ਮੈਂ ਦੀਪ ਨੂੰ ਪੁੱਛਿਆ, ਜੇ ਤੁਸੀਂ ਜਿਉਂਦੇ ਹੋ ਤਾਂ ਉਹ ਕੌਣ ਸੀ ਜਿਸ ਦਾ ਕਿਰਿਆਕਰਮ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਸੀ ਤੇ ਜਿਸ ਦੀ ਲਾਸ਼ ਹਸਪਤਾਲ ਵਿੱਚ ਮੈਂ ਖੁਦ ਦੇਖੀ ਸੀ।
ਤੇ ਦੀਪ ਨੂੰ ਕਿਹਾ ਕਿ ਤੇ ਤੈਨੂੰ ਪਤਾ ਸੀ ਕਿ ਮੇਰਾ ਤੇਰੇ ਸਿਵਾਏ ਇਸ ਦੁਨੀਆ ਵਿੱਚ ਕੋਈ ਨਹੀਂ ਹੈ, ਤਾਂ ਤੁਸੀਂ ਇੰਨੇ ਮਹੀਨਿਆਂ ਤੱਕ ਮੇਰੇ ਤੋਂ ਦੂਰ ਕਿਉਂ ਰਹੇ? ਮੈਂ ਰੋਏ ਜਾ ਰਹੀ ਸੀ ਤੇ ਕਹੀ ਜਾ ਰਹੀ ਸੀ। ਦੀਪ ਨੇ ਮੈਨੂੰ ਕਿਹਾ, ਕਿਉਂਕਿ ਮੇਰੇ ਕੋਲ ਬਹੁਤ ਸਾਰੇ ਐਵੇਂ ਦੇ ਰਾਜ਼ ਹਨ ਜਿਸ ਨੂੰ ਸੁਣ ਕੇ ਤੂੰ ਚੌਂਕ ਜਾਵੇਗੀ। ਅੱਜ ਮੈਂ ਤੈਨੂੰ ਇੱਕ ਇੱਕ ਕਰਕੇ ਸਾਰੇ ਰਾਜ਼ ਦੱਸਣਾ ਚਾਹੁੰਦਾ ਹਾਂ ਤੇ ਮੈਂ ਤੇਰੇ ਸਾਰੇ ਸਵਾਲਾਂ ਦਾ ਜਵਾਬ ਵੀ ਦੇ ਦੂੰਗਾ। ਸਭ ਤੋਂ ਪਹਿਲਾਂ ਤੂੰ ਜਿਸ ਅਣਜਾਣ ਨੰਬਰ ਵਾਲੇ ਮੁੰਡੇ ਨਾਲ ਗੱਲ ਕਰਦੀ ਸੀ ਉਹ ਕੋਈ ਹੋਰ ਨਹੀਂ ਬਲਕਿ ਮੈਂ ਹੀ ਹਾਂ। ਮੈਂ ਤੈਨੂੰ ਕਿਹਾ ਸੀ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਤੇ ਮੈਂ ਤੇਰੇ ਘਰ ਆ ਕੇ ਹੀ ਤੈਨੂੰ ਮਿਲੂੰਗਾ। ਦੇਖ, ਮੈਂ ਇੱਥੇ ਆ ਗਿਆ ਹਾਂ ਤੇ ਤੈਨੂੰ ਕਿਤੇ ਬਾਹਰ ਤਾਂ ਨਹੀਂ ਬੁਲਾਇਆ ਮਿਲਣ ਲਈ। ਫਿਰ ਮੈਂ ਸੋਚਿਆ ਕਿ ਜੋ ਗੱਲ ਉਹ ਮੁੰਡਾ ਮੈਨੂੰ ਕਿਹਾ ਕਰਦਾ ਸੀ ਤੇ ਉਸਨੂੰ ਮੇਰੇ ਬਾਰੇ ਜਿੰਨੀ ਵੀ ਗੱਲ ਪਤਾ ਸੀ ਉਹ ਸਾਰੀਆਂ ਗੱਲਾਂ ਤਾਂ ਮੇਰੇ ਪਤੀ ਤੇ ਮੇਰੇ ਦੇ ਇਲਾਵਾ ਕੋਈ ਨਹੀਂ ਜਾਣਦਾ ਸੀ। ਪਰ ਮੇਰਾ ਇਸ ਗੱਲ ਤੇ ਧਿਆਨ ਬਿਲਕੁਲ ਵੀ ਨਹੀਂ ਗਿਆ ਕਿ ਦੀਪ ਜਿਉਂਦਾ ਵੀ ਹੋ ਸਕਦਾ ਹੈ। ਮੈਂ ਦੀਪ ਨੂੰ ਕਿਹਾ ਕਿ ਜੇ ਤੁਸੀਂ ਜਿਉਂਦੇ ਹੋ ਤਾਂ ਤੁਸੀਂ ਇੰਨੇ ਟਾਈਮ ਤੋਂ ਕਿੱਥੇ ਸੀ? ਮੈਨੂੰ ਤੁਹਾਡੇ ਬਾਰੇ ਸਭ ਕੁਝ ਜਾਣਨਾ ਹੈ। ਦੀਪ ਨੇ ਮੈਨੂੰ ਕਿਹਾ, ਮੈਂ ਤੈਨੂੰ ਆਪਣੇ ਬਾਰੇ ਸਭ ਕੁਝ ਦੱਸ ਦੇਵਾਂਗਾ। ਜਦੋਂ ਤੂੰ ਆਪਣਾ ਘਰ ਛੱਡਣ ਤੋਂ ਬਾਅਦ ਇੱਥੇ ਆ ਗਈ ਸੀ ਤੇ ਅਸੀਂ ਵਿਆਹ ਕਰਾ ਲਿਆ ਸੀ ਤਾਂ ਕੁਝ ਦਿਨਾਂ ਬਾਅਦ ਤੇਰੇ ਭਰਾਵਾਂ ਨੇ ਇੱਥੇ ਆ ਕੇ ਸਾਡੇ ਬਾਰੇ ਸਾਰੀ ਜਾਣਕਾਰੀ ਕੱਢ ਲਈ ਸੀ। ਉਹਨਾਂ ਨੇ ਤਾਂ ਆਪਣੇ ਪਿੰਡ ਵਿੱਚ ਸਭ ਨੂੰ ਇਹ ਦੱਸ ਦਿੱਤਾ ਸੀ ਕਿ ਤੂੰ ਮਰ ਚੁੱਕੀ ਹੈ, ਕਿਸੇ ਐਕਸੀਡੈਂਟ ਵਿੱਚ ਤੇਰੀ ਮੌਤ ਹੋ ਗਈ ਹੈ। ਇੱਥੋਂ ਤੱਕ ਕਿ ਉਹਨਾਂ ਨੇ ਕੁਚਲੀ ਹੋਈ ਲਾਸ਼ ਨੂੰ ਲੋਕਾਂ ਦੇ ਸਾਹਮਣੇ ਸਾਬਿਤ ਕਰਕੇ ਇਹ ਜ਼ਾਹਿਰ ਕਰ ਦਿੱਤਾ ਸੀ ਕਿ ਵਾਕਈ ਤੂੰ ਮਰ ਚੁੱਕੀ ਹੈ। ਕਿਉਂਕਿ ਜੇ ਪਿੰਡ ਵਾਲਿਆਂ ਨੂੰ ਇਹ ਪਤਾ ਚੱਲਿਆ ਕਿ ਸਰਪੰਚ ਦੀ ਭੈਣ ਭੱਜ ਗਈ ਹੈ ਤਾਂ ਤੇਰੇ ਭਰਾਵਾਂ ਦੀ ਬਹੁਤ ਜ਼ਿਆਦਾ ਬਦਨਾਮੀ ਹੁੰਦੀ। ਬਦਨਾਮੀ ਦੇ ਡਰ ਦੀ ਵਜ੍ਹਾ ਨਾਲ ਤੇਰੇ ਭਰਾਵਾਂ ਨੇ ਪਿੰਡ ਵਿੱਚ ਝੂਠ ਬੋਲ ਦਿੱਤਾ ਸੀ ਤੇ ਤੈਨੂੰ ਮਰਿਆ ਹੋਇਆ ਸਾਬਿਤ ਕਰ ਦਿੱਤਾ ਸੀ। ਪਰ ਉਹ ਲੋਕ ਮੇਰੇ ਦੁਸ਼ਮਣ ਹੋ ਗਏ ਸੀ ਜਿਸ ਨੇ ਉਹਨਾਂ ਦੀ ਭੈਣ ਨਾਲ ਵਿਆਹ ਕਰਾ ਲਿਆ ਸੀ। ਇਸ ਸਮੇਂ ਮੈਨੂੰ ਪਤਾ ਚੱਲਿਆ ਕਿ ਤੂੰ ਮਾਂ ਬਣਨ ਵਾਲੀ ਹੈ। ਮੈਂ ਤੈਨੂੰ ਬਹਾਨੇ ਨਾਲ ਡਾਕਟਰ ਕੋਲ ਲੈ ਗਿਆ ਤੇ ਡਾਕਟਰ ਤੋਂ ਤੈਨੂੰ ਮਿਸਕੈਰੇਜ ਦੀ ਦਵਾਈ ਖਿਲਵਾ ਦਿੱਤੀ ਕਿਉਂਕਿ ਮੇਰੀ ਜਾਨ ਮੁਸੀਬਤ ਵਿੱਚ ਆ ਗਈ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਤੂੰ ਛੋਟੇ ਬੱਚੇ ਦੇ ਨਾਲ ਥਾਂ ਦੀਆਂ ਠੋਕਰਾਂ ਖਾਂਦੀ ਫਿਰੇ ਕਿਉਂਕਿ ਮੈਂ ਤੈਨੂੰ ਛੱਡ ਕੇ ਜਾਣ ਵਾਲਾ ਸੀ। ਮੈਨੂੰ ਪਤਾ ਚੱਲ ਗਿਆ ਸੀ ਕਿ ਤੇਰੇ ਭਰਾ ਮੈਨੂੰ ਜਗ੍ਹਾ ਲੱਭ ਰਹੇ ਹਨ ਤੇ ਤੇਰੇ ਭਰਾਵਾਂ ਨੇ ਮੈਨੂੰ ਨੌਕਰੀ ਤੋਂ ਨਿਕਲਾਉਣਾ ਸ਼ੁਰੂ ਕਰ ਦਿੱਤਾ ਤੇ ਮੈਂ ਤੇਰੇ ਭਰਾਵਾਂ ਦੀ ਵਜ੍ਹਾ ਨਾਲ ਡਰ ਕੇ ਜਗ੍ਹਾ ਲੁਕ ਰਿਹਾ ਸੀ। ਇੱਕ ਦਿਨ ਤੇਰੇ ਭਰਾਵਾਂ ਨੂੰ ਮੇਰੇ ਮੋਬਾਈਲ ਨੰਬਰ ਬਾਰੇ ਪਤਾ ਚੱਲ ਗਿਆ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ। ਫੋਨ ਕਰਕੇ ਉਹਨਾਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਸੀ ਤੇ ਕਹਿਣ ਲੱਗੇ ਕਿ ਮੇਰੇ ਨਾਲ ਉਹ ਤੇਰੀ ਵੀ ਜਾਨ ਲੈ ਲੈਣਗੇ। ਇਸ ਲਈ ਮੈਂ ਤੈਨੂੰ ਉੱਥੇ ਛੱਡ ਕੇ ਚਲਾ ਗਿਆ ਸੀ ਕਿਉਂਕਿ ਉਹ ਲੋਕ ਮੇਰੇ ਪਿੱਛੇ ਪਏ ਹੋਏ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਜਾਨ ਦੇ ਨਾਲ ਤੇਰੀ ਜਾਨ ਨੂੰ ਵੀ ਖਤਰਾ ਹੋਵੇ। ਜੇ ਉਹ ਲੋਕ ਮੈਨੂੰ ਲੱਭ ਲੈਂਦੇ ਤਾਂ ਉਹ ਮੈਨੂੰ ਮਾਰ ਦਿੰਦੇ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਲੋਕ ਤੈਨੂੰ ਮਾਰ ਦੇਣ। ਇੱਕ ਦਿਨ ਮੈਂ ਰਸਤੇ ਤੋਂ ਜਾ ਰਿਹਾ ਸੀ, ਉਦੋਂ ਅਚਾਨਕ ਇੱਕ ਕਾਰ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀ ਕਿਸਮਤ ਚੰਗੀ ਸੀ ਕਿ ਮੈਂ ਉਸ ਐਕਸੀਡੈਂਟ ਤੋਂ ਬਚ ਗਿਆ। ਮੇਰੀ ਕਾਰ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਕੋਈ ਦੂਜਾ ਆਦਮੀ ਉਸ ਕਾਰ ਦੇ ਸਾਹਮਣੇ ਆ ਗਿਆ ਸੀ ਤੇ ਤੇਰੇ ਭਰਾ ਦੀ ਕਾਰ ਤੋਂ ਉਸ ਆਦਮੀ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਜਾਨ ਚਲੀ ਗਈ ਸੀ। ਉਦੋਂ ਮੌਕੇ ਤੇ ਹੀ ਮੈਂ ਉੱਥੋਂ ਭੱਜ ਗਿਆ। ਤੇਰਾ ਭਰਾ ਜਾਣਬੁੱਝ ਕੇ ਮੈਨੂੰ ਮਾਰਨਾ ਚਾਹੁੰਦਾ ਸੀ। ਉਸ ਦੇ ਬਾਅਦ ਵੀ ਤੇਰੇ ਭਰਾ ਦੇ ਮੇਰੇ ਕੋਲ ਫੋਨ ਆਇਆ ਤੇ ਕਹਿਣ ਲੱਗਿਆ ਕਿ ਜੇ ਤੂੰ ਬਚ ਗਿਆ ਹੈ ਤਾਂ ਇਹ ਨਾ ਸੋਚੀ ਕਿ ਤੂੰ ਹਰ ਵਾਰ ਬਚ ਜਾਵੇਗਾ। ਜਦੋਂ ਤੱਕ ਅਸੀਂ ਤੈਨੂੰ ਮਾਰ ਨਹੀਂ ਦਿੰਦੇ ਅਸੀਂ ਸਕੂਨ ਨਾਲ ਨਹੀਂ ਬੈਠਾਂਗੇ। ਤੇ ਤੇਰੇ ਪਰਿਵਾਰ ਵਾਲੇ ਮੇਰੀ ਜਾਨ ਦੇ ਦੁਸ਼ਮਣ ਬਣ ਗਏ ਸੀ। ਮੇਰੇ ਨਾਲ ਪਹਿਲਾਂ ਜੋ ਕੁਝ ਵੀ ਹੋਇਆ ਸੀ, ਮੈਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਤੇ ਹੋਰ ਵੀ ਬਹੁਤ ਕੁਝ ਮੇਰੇ ਨਾਲ ਹੋਇਆ। ਉਦੋਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਇਹ ਤੇਰੇ ਭਰਾ ਹਨ। ਪਰ ਜਦੋਂ ਮੇਰੇ ਕੋਲ ਧਮਕੀ ਭਰਿਆ ਫੋਨ ਆਇਆ ਤੇ ਕਿਹਾ ਕਿ ਅਸੀਂ ਤੇਰੀ ਜਾਨ ਲੈਣਾ ਚਾਹੁੰਦੇ ਹਾਂ, ਉਦੋਂ ਮੈਂ ਸਮਝ ਗਿਆ ਸੀ ਕਿ ਇਹ ਤੇਰੇ ਹੀ ਭਰਾ ਹਨ ਜੋ ਮੇਰੇ ਨਾਲ ਇਹ ਸਭ ਕੁਝ ਕਰ ਰਹੇ ਸੀ। ਜਿਸ ਦੇ ਘਰ ਵਿੱਚ ਤੂੰ ਰਹਿ ਰਹੀ ਹੈ ਇਹ ਮੇਰਾ ਦੋਸਤ ਹੈ। ਇਹ ਮੇਰਾ ਬਚਪਨ ਦਾ ਦੋਸਤ ਹੈ ਤੇ ਇੱਕ ਪੁਲਿਸ ਅਫਸਰ ਹੈ। ਮੈਂ ਇਸ ਤੋਂ ਮਦਦ ਮੰਗੀ ਤੇ ਇਹ ਮੇਰੀ ਮਦਦ ਕਰਨ ਲਈ ਤਿਆਰ ਹੋ ਗਿਆ। 1 ਮਹੀਨੇ ਤੱਕ ਮੈਂ ਆਪਣੀ ਜਾਨ ਛੁਡਾਉਣ ਲਈ ਕਿਤੇ ਨਾ ਕਿਤੇ ਭੱਜਦਾ ਰਿਹਾ ਪਰ ਮੈਨੂੰ ਤੇਰੀ ਫਿਕਰ ਲੱਗੀ ਹੋਈ ਸੀ। ਮੈਨੂੰ ਪਤਾ ਸੀ ਕਿ ਮੇਰਾ ਦੋਸਤ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਹੈ। ਇਸ ਲਈ ਮੈਂ ਇਸ ਨੂੰ ਕਿਹਾ ਕਿ ਤੂੰ ਕਿਸੇ ਵੀ ਤਰ੍ਹਾਂ ਨਾਲ ਮੇਰੀ ਪਤਨੀ ਨੂੰ ਆਪਣੇ ਘਰ ਲਿਆ ਤੇ ਉਸ ਨੂੰ ਆਪਣੇ ਘਰ ਵਿੱਚ ਜਗ੍ਹਾ ਦੇ ਤਾਂ ਕਿ ਉਹ ਪਰੇਸ਼ਾਨ ਨਾ ਹੋ ਸਕੇ। ਮੇਰਾ ਇਹ ਦੋਸਤ ਜੇ ਤੈਨੂੰ ਕਹਿੰਦਾ ਕਿ ਤੂੰ ਮੇਰੇ ਘਰ ਚੱਲ ਤਾਂ ਤੂੰ ਇਸ ਦੇ ਘਰ ਆਉਣ ਲਈ ਇੰਨੀ ਆਸਾਨੀ ਨਾਲ ਨਹੀਂ ਮੰਨਦੀ। ਇਸ ਲਈ ਇਸਨੇ ਸੋਚਿਆ ਕਿ ਇਸ ਦਾ ਮੁੰਡਾ ਗੁਰੀ ਉਹ ਤੈਨੂੰ ਉਸ ਦੀ ਪਰਵਰਿਸ਼ ਕਰਨ ਲਈ ਕਹੇਗਾ ਤਾਂ ਤੂੰ ਮੰਨ ਜਾਵੇਗੀ ਤੇ ਇਸ ਪਰੇਸ਼ਾਨੀ ਖਾਤਰ ਆਸਾਨੀ ਨਾਲ ਤੂੰ ਉਸ ਦੇ ਘਰ ਵਿੱਚ ਆ ਕੇ ਰਹਿ ਲਵੇਗੀ। ਇੱਥੇ ਤੂੰ ਬਿਲਕੁਲ ਸੇਫ ਰਹਿ ਰਹੀ ਸੀ ਤੇ ਹੁਣ ਮੇਰੀ ਪਰੇਸ਼ਾਨੀ ਖਤਮ ਹੋ ਗਈ ਸੀ। ਮੇਰੇ ਦੋਸਤ ਨੇ ਤੇਰੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ।
ਤੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਜਦੋਂ ਤੱਕ ਮੈਂ ਤੇਰੇ ਭਰਾਵਾਂ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਵਾ ਦਿੰਦਾ, ਉਦੋਂ ਤੱਕ ਮੈਂ ਤੇਰਾ ਸਾਹਮਣਾ ਨਹੀਂ ਕਰ ਸਕਦਾ ਸੀ। ਬਹੁਤ ਦਿਨਾਂ ਤੱਕ ਮੇਰੇ ਦੋਸਤ ਨੇ ਮੈਨੂੰ ਜੇਲ੍ਹ ਦੇ ਹੀ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ, ਕਿਉਂਕਿ ਜੇ ਮੈਂ ਬਾਹਰ ਨਿਕਲਦਾ ਤਾਂ ਤੇਰੇ ਭਰਾ ਕਿਸੇ ਨਾ ਕਿਸੇ ਤਰੀਕੇ ਨਾਲ ਮੇਰਾ ਪਤਾ ਕੱਢ ਹੀ ਲੈਂਦੇ ਤੇ ਮੈਨੂੰ ਜਾਨ ਤੋਂ ਮਾਰ ਦਿੰਦੇ। ਮੇਰੇ ਦੋਸਤ ਨੇ ਜੇਲ੍ਹ ਵਿੱਚ ਮੇਰਾ ਬਹੁਤ ਧਿਆਨ ਰੱਖਿਆ ਤੇ ਜਦੋਂ ਤੱਕ ਮੇਰੇ ਦੋਸਤ ਨੇ ਤੇਰੇ ਭਰਾਵਾਂ ਨੂੰ ਨਹੀਂ ਲੱਭ ਕੱਢਿਆ, ਉਦੋਂ ਤੱਕ ਉਸਨੇ ਮੈਨੂੰ ਵੀ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ, ਕਿਉਂਕਿ ਮੇਰੇ ਲਈ ਜੇਲ੍ਹ ਹੀ ਇੱਕ ਸੇਫ ਜਗ੍ਹਾ ਸੀ ਜਿੱਥੇ ਮੈਂ ਮਹਿਫੂਜ਼ ਸੀ। ਹੁਣ ਤੇਰੇ ਭਰਾਵਾਂ ਨੂੰ ਜੇਲ੍ਹ ਹੋ ਗਈ ਹੈ ਤੇ ਮੈਂ ਤੇਰੇ ਸਾਹਮਣੇ ਆ ਗਿਆ ਹਾਂ। ਇਹ ਸਭ ਕੁਝ ਤੇਰੇ ਭਰਾਵਾਂ ਨੇ ਇਸ ਲਈ ਕੀਤਾ ਸੀ ਤਾਂ ਕਿ ਤੂੰ ਜੋ ਕਦਮ ਉਠਾਇਆ ਸੀ ਉਹ ਗਲਤ ਸੀ। ਪਰ ਮੇਰੀ ਕਿਸਮਤ ਚੰਗੀ ਹੈ, ਮੇਰੇ ਦੋਸਤ ਨੇ ਮੈਨੂੰ ਆਪਣੇ ਹੀ ਪੁਲਿਸ ਸਟੇਸ਼ਨ ਵਿੱਚ ਜਗ੍ਹਾ ਦੇ ਦਿੱਤੀ ਸੀ। ਮੈਂ ਦੀਪ ਨੂੰ ਕਿਹਾ, ਪਰ ਇੱਕ ਸਵਾਲ ਮੇਰੇ ਦਿਮਾਗ ਵਿੱਚ ਹੁਣ ਵੀ ਘੁੰਮ ਰਿਹਾ ਹੈ, ਆਖਰ ਗੁਰੀ ਸਵੇਰ ਹੁੰਦੇ ਹੀ ਕਿੱਥੇ ਚਲਾ ਜਾਂਦਾ ਸੀ? ਉਦੋਂ ਸਾਹਿਬ ਕਹਿਣ ਲੱਗੇ, ਮੈਨੂੰ ਮਾਫ ਕਰ ਦੇਣਾ ਭਾਬੀ, ਉਹ ਮੇਰਾ ਮੁੰਡਾ ਹੈ। ਮੈਂ ਉਸ ਦੀ ਵਜ੍ਹਾ ਨਾਲ ਤੁਹਾਨੂੰ ਇੱਥੇ ਲੈ ਕੇ ਆਇਆ ਸੀ। ਮੇਰੀ ਪਤਨੀ ਨਹੀਂ ਹੈ ਤੇ ਮੇਰੇ ਮੁੰਡੇ ਨੂੰ ਮਾਂ ਦੀ ਜ਼ਰੂਰਤ ਸੀ। ਮੇਰੀ ਪਤਨੀ ਤੁਹਾਡੇ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਹੀ ਮਰ ਗਈ ਸੀ। ਉਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਤੇ ਇੱਕ ਹਫ਼ਤੇ ਤੋਂ ਉਸਨੇ ਰੋ ਰੋ ਕੇ ਬੁਰਾ ਹਾਲ ਕਰ ਦਿੱਤਾ ਸੀ, ਕਿਉਂਕਿ ਉਹ ਆਪਣੀ ਮਾਂ ਦੇ ਨਾਲ ਹੀ ਸੌਂਦਾ ਸੀ। ਮੈਂ ਜਦੋਂ ਤੁਹਾਨੂੰ ਇੱਥੇ ਲੈ ਕੇ ਆਇਆ ਸੀ, ਮੈਂ ਸੋਚਿਆ ਕਿ ਪਤਾ ਨਹੀਂ ਮੇਰਾ ਮੁੰਡਾ ਤੁਹਾਨੂੰ ਆਪਣੀ ਮਾਂ ਸਮਝੇਗਾ ਜਾਂ ਨਹੀਂ। ਜੇ ਤੁਸੀਂ ਉਸ ਨੂੰ ਪਿਆਰ ਨਾਲ ਸੁਲਾਓਗੇ ਤਾਂ ਉਹ ਸੋਵੇਗਾ ਵੀ ਜਾਂ ਨਹੀਂ। ਪਰ ਪਹਿਲੇ ਹੀ ਦਿਨ ਮੇਰਾ ਮੁੰਡਾ ਤੁਹਾਨੂੰ ਆਪਣੀ ਮਾਂ ਸਮਝ ਕੇ ਸੋ ਗਿਆ ਸੀ। ਸਵੇਰ ਨੂੰ ਮੇਰਾ ਮੁੰਡਾ ਬੋਰਡਿੰਗ ਸਕੂਲ ਵਿੱਚ ਜਾਂਦਾ ਹੈ ਤੇ ਸ਼ਾਮ ਨੂੰ ਵਾਪਸ ਆਉਂਦਾ ਹੈ। ਮੇਰੀ ਪਤਨੀ ਦੀ ਤਬੀਅਤ ਖਰਾਬ ਰਹਿੰਦੀ ਸੀ, ਇਸ ਵਜ੍ਹਾ ਨਾਲ ਮੈਂ ਉਸ ਦਾ ਧਿਆਨ ਹਟਾਉਣ ਲਈ ਉਸ ਨੂੰ ਬੋਰਡਿੰਗ ਸਕੂਲ ਵਿੱਚ ਪਾ ਦਿੱਤਾ ਸੀ ਤੇ ਮੈਂ ਉਸ ਨੂੰ ਰਾਤ ਨੂੰ ਘਰ ਵਿੱਚ ਲੈ ਕੇ ਆ ਜਾਂਦਾ ਸੀ। ਸਵੇਰ ਹੁੰਦੇ ਹੀ ਮੈਂ ਉਸ ਨੂੰ ਸਕੂਲ ਭੇਜ ਦਿਆ ਕਰਦਾ ਸੀ। ਪਰ ਤੁਸੀਂ ਮੇਰੇ ਗੁਰੀ ਦਾ ਬਹੁਤ ਧਿਆਨ ਰੱਖਿਆ ਹੈ, ਮੈਂ ਤੁਹਾਡਾ ਅਹਿਸਾਨਮੰਦ ਹਾਂ। ਦੀਪ ਆਪਣੇ ਦੋਸਤ ਨੂੰ ਕਹਿਣ ਲੱਗਿਆ, ਤੂੰ ਵੀ ਤਾਂ ਸਾਡਾ ਬਹੁਤ ਸਾਥ ਦਿੱਤਾ ਹੈ। ਤੇਰੀ ਵਜ੍ਹਾ ਨਾਲ ਹੀ ਅੱਜ ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਨਾਲ ਮਿਲ ਪਾਏ ਹਾਂ। ਹੁਣ ਅਸੀਂ ਦੋਵੇਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਮੇਰੇ ਪਤੀ ਦੀ ਨੌਕਰੀ ਲੱਗ ਗਈ ਹੈ ਤੇ ਅਸੀਂ ਸਾਹਿਬ ਦੇ ਘਰ ਵਿੱਚ ਹੀ ਰਹਿੰਦੇ ਹਾਂ। ਸਾਹਿਬ ਦਾ ਕਹਿਣਾ ਹੈ ਕਿ ਮੈਂ ਉਹਨਾਂ ਦੇ ਮੁੰਡੇ ਦੀ ਪਰਵਰਿਸ਼ ਇਦਾਂ ਹੀ ਕਰਾਂ ਜਿਵੇਂ ਮੈਂ ਕਰਦੀ ਸੀ, ਕਿਉਂਕਿ ਗੁਰੀ ਮੇਰੇ ਨਾਲ ਬਹੁਤ ਜ਼ਿਆਦਾ ਘੁਲ ਮਿਲ ਗਿਆ ਸੀ ਤੇ ਮੈਂ ਗੁਰੀ ਨੂੰ ਹਮੇਸ਼ਾ ਮਾਂ ਦੀ ਤਰ੍ਹਾਂ ਪਿਆਰ ਕੀਤਾ। ਇਸ ਲਈ ਅਸੀਂ ਉਹਨਾਂ ਦੇ ਘਰ ਵਿੱਚ ਰਹਿੰਦੇ ਸੀ। ਮੈਂ ਦੀਪ ਦਾ ਸਾਥ ਦੁਬਾਰਾ ਤੋਂ ਪਾ ਕੇ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ। ਮੇਰੀ ਜ਼ਿੰਦਗੀ ਵਿੱਚ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਗਈਆਂ ਸੀ, ਪਰ ਮੇਰੇ ਭਰਾਵਾਂ ਨੇ ਜੋ ਕੀਤਾ ਉਹ ਮਾਫ ਕਰਨ ਲਾਇਕ ਨਹੀਂ ਸੀ। ਉਸ ਦੀ ਵਜ੍ਹਾ ਨਾਲ ਮੈਨੂੰ ਬਹੁਤ ਪਰੇਸ਼ਾਨੀ ਉਠਾਉਣੀ ਪਈ ਸੀ। ਅੱਜ ਮੇਰੇ ਭਰਾ ਜੇਲ੍ਹ ਵਿੱਚ ਹਨ ਤੇ ਹੁਣ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਗਈ ਹੈ। ਇੱਕ ਦਿਨ ਮੈਂ ਉਹਨਾਂ ਨੂੰ ਜੇਲ੍ਹ ਵਿੱਚ ਮਿਲਣ ਗਈ। ਭਰਾਵਾਂ ਨੇ ਮੇਰੇ ਤੋਂ ਮਾਫੀ ਮੰਗੀ ਤੇ ਦੀਪ ਤੋਂ ਵੀ ਮਾਫੀ ਮੰਗ ਲਈ। ਅਸੀਂ ਉਹਨਾਂ ਨੂੰ ਮਾਫ ਕਰ ਦਿੱਤਾ ਸੀ। ਮੈਂ ਭਰਾ ਨੂੰ ਕਿਹਾ, ਭਾਈ ਮੈਂ ਤੁਹਾਨੂੰ ਇੱਕ ਸ਼ਰਤ ਤੇ ਮਾਫ ਕਰੂੰਗੀ, ਹੁਣ ਤੁਸੀਂ ਸਾਨੂੰ ਜਿਉਣ ਦਿਓ। ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ, ਤੁਸੀਂ ਕਦੇ ਸਾਡੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਹੀਂ ਕਰੋਗੇ। ਭਰਾ ਨੇ ਵੀ ਕਿਹਾ ਕਿ ਬਸ ਮੈਂ ਤਾਂ ਆਪਣੀ ਭੈਣ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਜੇ ਤੂੰ ਦੀਪ ਨਾਲ ਖੁਸ਼ ਹੈ ਤਾਂ ਮੇਰੇ ਲਈ ਇਹੀ ਬਹੁਤ ਹੈ। ਮੇਰੀ ਜ਼ਿੰਦਗੀ ਵਿੱਚ ਹੁਣ ਸਭ ਕੁਝ ਠੀਕ ਹੋ ਗਿਆ ਹੈ ਤੇ ਮੈਂ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਗੁਜ਼ਾਰ ਰਹੀ ਹਾਂ। ਦੋਸਤੋ, ਕੀ ਮੇਰੇ ਭਰਾਵਾਂ ਨੇ ਮੇਰੇ ਨਾਲ ਸਹੀ ਕੀਤਾ? ਸਾਨੂੰ ਉਹਨਾਂ ਨੂੰ ਮਾਫ ਕਰਨਾ ਚਾਹੀਦਾ ਸੀ ਜਾਂ ਨਹੀਂ? ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।